ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਮਨ ਲੋਚੈ ਹਰਿ ਮਿਲਣ ਕੋ, ਮੈਂ ਲਖ ਵਿੜਤੇ ਸਾਹਿਬਾ। ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾ ਭਾਲੀਆਂ। ਤੁਧ ਜੇ ਵੱਡ ਨਾ ਸਾਈਆ, ਮੈਂ ਦਸਹੋ ਮਾਰਗ ਸੰਤ ਹੋ। ਕਿਉ ਪ੍ਰਭੂ ਮਿਲਾਇਆ, ਪੰਜ ਪਿਆਲੇ ਪੰਜ ਪੀਰ। ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ। ਮੂਰਤ ਹਰਿ ਗੋਬਿੰਦ ਸਵਾਰੀ, ਮਨ ਤਨ ਬਲਿਹਾਰੀ ਦਰਸਾਰੀ। ਕੋਟ ਕੋਟ ਬੰਦਨ ਨਮਸਕਾਰਾ, ਬਾਰੰਬਾਰ ਜਾਉ ਲਖਵਾਰੀ। ਪੂਰਨ ਪਿਤ ਗੁਰੂ ਰਾਮ ਹਮਾਰਾ, ਸਗਲ ਦਵਾਰ ਕਉ ਛਾਡ ਕੈ। ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ, ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ। ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਗਵਾਲੀਅਰ ਵਿਖੇ ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਬੰਦੀ ਛੋੜ ਦਿਵਸ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹਾਜ਼ਰੀਆਂ ਭਰ ਰਹੇ ਹੋ। ਦਾਸ ਤੋਂ ਪਹਿਲਾਂ ਆਪ ਸਭ ਸੰਗਤ ਨੇ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਵਰਸਾਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜੂਰੀ ਕੀਰਤਨੀਏ ਭਾਈ ਜਰਨੈਲ ਸਿੰਘ ਜੀ ਤਿੰਨਾਂ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਨੇ ਕਿਰਪਾ ਕਰਕੇ ਤਰਸ ਕਰਕੇ ਸ਼ਬਦ ਦੀ ਵਿਚਾਰ ਲਈ ਜੋ ਘੜੀਆਂ ਸਾਡੀ ਝੋਲੀ ਵਿੱਚ ਪਾਈਆਂ, ਆਓ ਇਹਨਾਂ ਨੂੰ ਸਫਲਾ ਕਰੀਏ। ਮੇਰੀ ਬੇਨਤੀ ਹੈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਹੋਏ ਫਤਿਹ ਦਾ ਨਾਰਾ ਬੁਲੰਦ ਕਰੀਏ। ਪਰ ਖਾਲਸਾ ਜੀ, ਅੱਜ ਗਵਾਲੀਅਰ ਦੇ ਕਿਲੇ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜੇ ਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰ ਰਹੇ ਆ। ਮੈਂ ਬੇਨਤੀ ਕਰਾਂ, ਬੰਦੀ ਛੋੜ ਸਤਿਗੁਰੂ ਤਖਤਾਂ ਤਾਜਾਂ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅੱਜ ਵੀ ਭਾਵਨਾ ਦੇ ਨਾਲ ਮਹਿਸੂਸ ਕਰਿਓ। ਥੜੇ ਤੇ ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਸੁਭਾਏਮਾਨ ਹੀ ਮਹਿਸੂਸ ਹੋਣਗੇ, ਕਿਤੇ ਵੱਖ ਨਹੀਂ ਹੋਣਗੇ। ਇੰਨੀ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਫਤਿਹ ਬੁਲਾਈਏ ਕਿ ਸੱਚਮੁੱਚ ਸਾਡੀ ਅੰਤਰ ਆਤਮਾ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕੇ। ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਗਵਾਲੀਅਰ ਦੀ ਧਰਤੀ ਤੇ, ਜਿਸ ਕਿਲੇ ਦੇ ਅੰਦਰ ਅੱਜ ਗੁਰੂ ਕਾ ਖਾਲਸਾ ਪੰਥ 400 ਸਾਲਾ ਬੰਦੀ ਛੋੜ ਦਿਵਸ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਿਹਾ ਹੈ, ਇਹ ਗਵਾਲੀਅਰ ਦੇ ਕਿਲੇ ਦੇ ਵਿੱਚ ਬਹੁਤ ਵੱਖ-ਵੱਖ ਘਟਨਾਵਾਂ ਵਾਪਰਦੀਆਂ ਰਹੀਆਂ, ਪਰ ਸਿੱਖ ਇਤਿਹਾਸ ਦੇ ਨਾਲ ਗਵਾਲੀਅਰ ਦੇ ਕਿਲੇ ਦਾ ਬੜਾ ਡੂੰਘਾ ਰਿਸ਼ਤਾ ਹੈ। ਕਿਲੇ ਤਾਂ ਭਾਰਤ ਦੀ ਧਰਤੀ ਤੇ ਬੜੇ ਹੋਣਗੇ, ਪਰ ਜੇ ਅੱਜ ਗੁਰੂ ਕੀ ਸਿੱਖ ਸੰਗਤ ਨੇ ਜਾਂ ਮਹਾਪੁਰਸ਼ਾਂ ਦੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਦੇ ਉਪਰਾਲੇ ਸਦਕਾ ਅੱਜ ਖਾਲਸਾ ਪੰਥ ਇਸ ਕਿਲੇ ਦੇ ਅੰਦਰ ਆਇਆ ਹੈ, ਤਾਂ ਖਾਲਸਾ ਜੀ ਇਸ ਕਿਲੇ ਦਾ ਬਹੁਤ ਡੂੰਘਾ ਰਿਸ਼ਤਾ ਹੈ। ਪਰ ਮੈਂ ਬੇਨਤੀ ਕਰਾਂ, ਜੇ ਪਿਛੋਕੜ ਵੱਲ ਜਾਈਏ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਸ ਕਿਲੇ ਦੇ ਵਿੱਚ ਮੁਬਾਰਕ ਚਰਨ ਤੋਂ ਪਾਉਣ ਤੋਂ ਪਹਿਲਾਂ ਦੀਆਂ ਘਟਨਾਵਾਂ ਕੀ ਨੇ। ਇਹ ਗਵਾਲੀਅਰ ਦਾ ਕਿਲਾ ਕੋਈ ਬਹੁਤ ਰਮਣੀਕ ਕਿਲਾ ਨਹੀਂ ਸੀ ਸੱਦਿਆ ਜਾਂਦਾ, ਬਲਕਿ ਬਹੁਤ ਹੀ ਖੌਫਜਨਕ ਕਿਲਾ ਸੀ। ਜਿਨ੍ਹਾਂ ਕੈਦੀਆਂ ਵੱਲੋਂ ਮੁਗਲ ਹਕੂਮਤ ਛੁਟਕਾਰਾ ਪਾਉਣਾ ਚਾਹੁੰਦੀ ਸੀ, ਉਹਨਾਂ ਨੂੰ ਗਵਾਲੀਅਰ ਦੀ ਕੈਦ ਦੇ ਵਿੱਚ, ਇਸ ਕਿਲੇ ਦੀ ਕੈਦ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ। ਅਕਬਰ ਨੇ ਇਸ ਕਿਲੇ ਨੂੰ ਸ਼ਾਹੀ ਕੈਦੀਆਂ ਦੀ ਪਨਾਹ ਬਣਾ ਕੇ ਰੱਖਿਆ ਹੋਇਆ ਸੀ, ਔਰ ਕਹਿੰਦੇ ਨੇ ਇਸ ਗਵਾਲੀਅਰ ਦੇ ਕਿਲੇ ਦੇ ਅੰਦਰ ਰੋਜ਼ਾਨਾ ਹੀ ਅੱਡੀਆਂ ਰਗੜ ਰਗੜ ਕੇ ਮਰਨ ਦੇ ਦ੍ਰਿਸ਼ ਨਜ਼ਰ ਆਉਂਦੇ ਸਨ, ਕਿਉਂਕਿ ਜਿਨ੍ਹਾਂ ਕੈਦੀਆਂ ਨੂੰ ਇਸ ਕਿਲੇ ਦੀ ਕੈਦ ਵਿੱਚ ਰੱਖਿਆ ਜਾਂਦਾ ਸੀ, ਉਹਨਾਂ ਕੈਦੀਆਂ ਨੂੰ ਭੋਜਨ ਦੇ ਨਾਲ ਨਾਲ ਸਲੋ ਪੋਇਜ਼ਨ ਵੀ ਦਿੱਤਾ ਜਾਂਦਾ ਸੀ। ਉਹ ਜ਼ਹਿਰ ਦਿੱਤਾ ਜਾਂਦਾ ਸੀ ਜਿਹੜਾ ਹੌਲੀ ਹੌਲੀ ਅਸਰ ਕਰਦਾ ਸਰੀਰ ਦੇ ਉੱਤੇ, ਤੇ ਅਖੀਰ ਬੰਦਾ ਤੜਪ ਤੜਪ ਕੇ ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਿਸ ਵਕਤ ਜਹਾਂਗੀਰ ਗੱਦੀ ਤੇ ਬੈਠਾ ਖੁਸਰੋ ਨੇ ਬਗਾਵਤ ਕੀਤੀ, ਤਾਂ ਕਹਿੰਦੇ ਖੁਸਰੋ ਦੀ ਬਗਾਵਤ ਦੇ ਨਾਲ ਨਾਲ ਪਹਾੜੀ ਰਾਜਿਆਂ ਨੇ ਵੀ ਬਹੁਤ ਵਿਦਰੋਹ ਕੀਤਾ ਇਸ ਹਕੂਮਤ ਦਾ। ਜਦੋਂ ਕਿਸੇ ਹਕੂਮਤ ਦਾ ਵਿਦਰੋਹ ਹੁੰਦਾ, ਉਸ ਵਿਦਰੋਹ ਨੂੰ, ਉਸ ਬਗਾਵਤ ਨੂੰ ਰੋਕਣ ਦੇ ਲਈ ਹਕੂਮਤ ਕਿਸੇ ਵੀ ਹੱਦ ਤੱਕ ਗਿਰ ਜਾਂਦੀ ਹੈ। ਕਹਿੰਦੇ ਜਿਨ੍ਹਾਂ ਜਿਨ੍ਹਾਂ ਰਾਜਿਆਂ ਨੇ ਹਕੂਮਤ ਦਾ ਵਿਦਰੋਹ ਕੀਤਾ, ਉਹਨਾਂ ਰਾਜਿਆਂ ਨੂੰ ਬੰਦੀ ਬਣਾਇਆ ਗਿਆ। ਜਿਨ੍ਹਾਂ ਰਾਜਿਆਂ ਨੂੰ ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਛਡਾਉਣਾ, ਆਪਾਂ ਅੱਗੇ ਸਰਵਣ ਕਰਾਂਗੇ। ਕਹਿੰਦੇ ਨਾਹਣ ਦਾ, ਕਹਲੂਰ ਦਾ, ਹੰਡੂਰ ਦਾ, ਰਾਜਪੁਤਾਨੇ ਦਾ, ਮਾਰਵਾੜੇ ਦਾ, ਇਹ ਵੱਖ-ਵੱਖ ਰਿਆਸਤਾਂ ਦੇ 52 ਰਾਜੇ ਇਸ ਜਗ੍ਹਾ ਦੇ ਵਿੱਚ, ਇਸ ਕਿਲੇ ਦੇ ਵਿੱਚ ਬੰਦੀ ਬਣਾ ਕਰਕੇ ਰੱਖੇ ਗਏ। ਤੇ ਜਦੋਂ ਬੰਦੀ ਬਣਾਇਆ ਉਹਨਾਂ ਰਾਜਿਆਂ ਨੂੰ, ਕਹਿੰਦੇ ਦਿਨ ਦੇ ਵਿੱਚ ਕੇਵਲ ਤੇ ਕੇਵਲ ਇੱਕ ਮਿੱਥੇ ਸਮੇਂ ਲਈ ਰੋਸ਼ਨੀ ਦੇ ਵਿੱਚ ਲਿਆਇਆ ਜਾਂਦਾ ਸੀ, ਸੂਰਜ ਦੀ ਰੋਸ਼ਨੀ ਦੇ ਵਿੱਚ, ਹਨੇਰੇ ਵਿੱਚ ਰੱਖਿਆ ਜਾਂਦਾ ਸੀ ਹਰ ਪਲ, ਤੇ ਭੋਜਨ ਵੀ ਬਹੁਤ ਹੀ ਸਮੇਂ ਦੇ ਮੁਤਾਬਕ ਨਾ ਮਾਤਰ ਹੀ ਉਹਨਾਂ ਨੂੰ ਦਿੱਤਾ ਜਾਣਾ, ਤੇ ਜੇ ਦਿੱਤਾ ਵੀ ਜਾਣਾ ਉਹਦੇ ਵਿੱਚ ਸਲੋ ਪੋਇਜ਼ਨ ਪਾਇਆ ਜਾਂਦਾ ਸੀ। ਹੁਣ ਵੇਖੋ, ਐਸਾ ਭਿਆਨਕ ਕਿਲਾ, ਜਿਸ ਕਿਲੇ ਦੇ ਵਿੱਚ ਸ਼ਾਹੀ ਕੈਦੀਆਂ ਨੂੰ ਇਤਨੇ ਤਸੀਹੇ ਦਿੱਤੇ ਜਾਂਦੇ ਹੋਣ, ਉਸ ਕਿਲੇ ਦੇ ਵਿੱਚ ਪਾਤਸ਼ਾਹਾਂ ਦੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਦੇ ਕਾਰਨ ਕੀ ਬਣਦੇ ਨੇ। ਦਰਅਸਲ ਸੰਸਾਰ ਦਾ ਇਹ ਸ਼ੁਰੂ ਤੋਂ ਨਿਯਮ ਰਿਹਾ ਹੈ ਕਿ ਜਿਹੜੀ ਬਾਦਸ਼ਾਹੀ ਹਕੂਮਤ ਹੁੰਦੀ ਹੈ ਨਾ, ਇਹ ਬਾਦਸ਼ਾਹੀ ਹਕੂਮਤ ਨੂੰ ਪਾਤਸ਼ਾਹੀ ਹੋ ਕੇ ਪਚਦੇ ਨਹੀਂ, ਬਰਦਾਸ਼ਤ ਨਹੀਂ ਹੁੰਦੇ। ਜਿਹੜੀ ਹਕੂਮਤ ਬਾਦਸ਼ਾਹੀ ਹੋਵੇ, ਉਹਨੂੰ ਪਾਤਸ਼ਾਹੀ ਹੋ ਕੇ ਨਹੀਂ ਪਚਦੇ। ਬਾਦਸ਼ਾਹੀ ਹਕੂਮਤ ਸਦਾ ਪਾਤਸ਼ਾਹੀਆਂ ਨੂੰ ਦਬਾਉਣ ਦਾ ਯਤਨ ਕਰਦੀ ਰਹਿੰਦੀ ਹੈ, ਤੇ ਅੱਜ ਵੀ ਕਰ ਰਹੀ ਹੈ।
ਇਹ ਬਾਬੇ ਕੇ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸਊ। ਇਹ ਸ਼ੁਰੂ ਤੋਂ ਚੱਲਦਾ ਆਇਆ। ਇੱਕ ਪਾਸੇ ਬਾਬੇ ਕੇ, ਇੱਕ ਪਾਸੇ ਬਾਬਰ ਕੇ। ਬਾਬਰ ਕਿਆਂ ਦਾ ਪੂਰਾ ਜ਼ੋਰ ਲੱਗਦਾ ਰਿਹਾ ਬਾਬੇ ਕਿਆਂ ਨੂੰ ਦਬਾਉਣ ਦੇ ਲਈ, ਪਰ ਬਾਬਰ ਕਿਆਂ ਦਾ ਨਾਮੋ ਨਿਸ਼ਾਨ ਨਹੀਂ। ਤੇ ਬਾਬੇ ਕਿਆਂ ਦੇ ਅੱਜ ਵੀ ਨਿਸ਼ਾਨ ਦੁਨੀਆ ਦੇ ਕੋਨੇ ਕੋਨੇ ਵਿੱਚ ਝੁਲਦੇ ਨੇ। ਕਹਿੰਦੇ ਪਾਤਸ਼ਾਹੀ ਹੋਕਾ ਦਿੱਤਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ। ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦਹੋਂ ਪੁਰਖ ਵਿਧਾਤੇ ਤਾ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਪੰਥ ਪ੍ਰਕਾਸ਼ ਦੇ ਬੋਲ ਨੇ। ਗੁਰਸੁਦਾ ਸਰੂਵਰ ਤਟ ਵਿਸਾਲ, ਗੁਰ ਰਚਿਓ ਬੁੰਗਾ ਤਖਤ ਅਕਾਲ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਬੁੰਗੇ ਦੀ ਰਚਨਾ ਕੀਤੀ, ਜਿਸ ਨੂੰ ਆਪਾਂ ਅਕਾਲ ਤਖਤ ਸਾਹਿਬ ਕਹਿ ਕੇ ਨਮਸਕਾਰਾਂ ਕਰਦੇ ਹਾਂ। ਔਰ ਗੁਰੂ ਹਰਗੋਬਿੰਦ ਸਾਹਿਬ ਨੇ ਨਾਲੇ ਬਚਨ ਵੀ ਕੀਤੇ ਕਿ ਸ਼ਾਂਤ ਰੂਪ ਹੋਏ ਕੈ ਰਹੋ ਹਰਮੰਦਰ ਕੇ ਮਾਹੇ, ਰਾਜ ਰੂਪ ਹੋਏ ਕੈ ਰਹੋ ਤਖਤ ਅਕਾਲ ਕੇ ਮਾਹੇ। ਕਿ ਇੱਕ ਪਾਸੇ ਪੀਰੀ ਹੈ ਤੇ ਇੱਕ ਪਾਸੇ ਮੀਰੀ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਤ ਰੂਪ ਦੇ ਦਰਸ਼ਨ ਹੋਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿਪਾਹੀ ਸਰੂਪ ਦੇ ਵੀ ਦਰਸ਼ਨ ਹੋਣਗੇ। ਮੀਰੀ ਪੀਰੀ ਦਾ ਸੁਮੇਲ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ, ਪਰ ਬੜਾ ਹੀ ਡੂੰਘਾ ਨੁਕਤਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਭਾਵੇਂ ਮੀਰੀ ਪੀਰੀ ਦਾ ਸੁਮੇਲ ਕੀਤਾ, ਧਰਮ ਦਾ ਰਾਜਨੀਤੀ ਦਾ ਸੁਮੇਲ ਕੀਤਾ, ਪਰ ਕਿਤੇ ਵੀ ਰਾਜਨੀਤੀ ਨੂੰ ਧਰਮ ਤੇ ਹਾਵੀ ਨਹੀਂ ਹੋਣ ਦਿੱਤਾ। ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੀਰੀ ਦਾ ਨਿਸ਼ਾਨ ਸਾਹਿਬ ਮੀਰੀ ਦੇ ਨਿਸ਼ਾਨ ਸਾਹਿਬ ਨਾਲੋਂ ਉੱਚਾ ਹੈ, ਨੀਵਾ ਨਹੀਂ। ਮੀਰੀ ਦਾ ਨਿਸ਼ਾਨ ਨੀਵਾ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਹਦਾਇਤਾਂ ਦਿੱਤੀਆਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਿੱਥੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਨ ਦੇ ਉੱਤੇ ਮੀਰੀ ਪੀਰੀ ਦੀਆਂ 2 ਤੇਗਾਂ ਪਹਿਨੀਆਂ। ਔਰ ਕਹਿੰਦੇ ਅਕਾਲ ਤਖਤ ਸਾਹਿਬ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਮਾਜ ਲਈ ਨਿਆਂ ਵੀ ਕਰਦੇ ਸਨ, ਸਮਾਜਿਕ ਫੈਸਲੇ ਵੀ ਕਰਨੇ ਆਰੰਭ ਕਰ ਦਿੱਤੇ। ਹੁਣ ਗੁਰੂ ਬਾਬੇ ਕਾ ਦਰਬਾਰ ਹੋਵੇ, ਦਰਬਾਰ ਦੇ ਸਾਹਮਣੇ ਅਕਾਲ ਦਾ ਤਖਤ ਹੋਵੇ, ਅਕਾਲ ਦੇ ਤਖਤ ਦੇ ਉੱਪਰ ਖੁਦ ਖੁਦਾ ਸੁਭਾਏਮਨ ਹੋਵੇ ਤੇ ਸਮਾਜ ਦੇ ਫੈਸਲੇ ਕਰੇ, ਸਮਾਜ ਨੂੰ ਨਿਆਂ ਦੇਵੇ। ਖਾਲਸਾ ਜੀ ਹਕੂਮਤਾਂ ਨੂੰ ਬਰਦਾਸ਼ਤ ਨਹੀਂ ਹੋਇਆ, ਕਿਉਂਕਿ ਉਸ ਵਕਤ ਭਾਰਤ ਦੀ ਜਨਤਾ ਦਿੱਲੀ ਦੇ ਤਖਤ ਵੱਲ ਤੇ ਲਾਹੌਰ ਦੇ ਤਖਤ ਵੱਲ ਝਾਕਣਾ ਬਿਲਕੁਲ ਬੰਦ ਕਰ ਗਈ ਸੀ। ਜਿਹਨੂੰ ਕਿਤੋਂ ਨਿਆਂ ਨਹੀਂ ਸੀ ਮਿਲਦਾ, ਉਹ ਅਕਾਲ ਤਖਤ ਸਾਹਿਬ ਜਾ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਪੁਕਾਰ ਕਰਦਾ ਸੀ। ਤਾਂ ਕਹਿੰਦੇ ਜਿੱਥੇ ਮੀਰੀ ਪੀਰੀ ਦੀਆਂ ਤੇਗਾਂ ਪਹਿਨੀਆਂ, ਅਕਾਲ ਤਖਤ ਦੀ ਸਿਰਜਣਾ ਕੀਤੀ, ਸਤਿਗੁਰੂ ਨੇ ਹਦਾਇਤਾਂ ਕੀਤੀਆਂ ਸਿੱਖ ਸੰਗਤਾਂ ਨੂੰ ਕਿ ਭਾਈ ਸਾਰੀ ਸਿੱਖ ਸੰਗਤ ਨੂੰ ਹੁਕਮ ਹੈ ਸ਼ਸਤਰ ਧਾਰੀ ਹੋਵੋ। ਜਿੱਥੇ ਗੁਰੂ ਦਰਬਾਰ ਦੇ ਵਿੱਚ ਸੁੰਦਰ ਪੁਸ਼ਾਕੇ, ਕੜਾਹ ਪ੍ਰਸ਼ਾਦ ਜਾਂ ਮਾਇਆ ਦੀ ਭੇਟਾ ਲੈ ਕਰਕੇ ਆਉਨੇ ਹੋ, ਹੁਣ ਅੱਜ ਤੋਂ ਬਾਅਦ ਗੁਰੂ ਦੀ ਖੁਸ਼ੀ ਲੈਣ ਦੇ ਲਈ ਵਧੀਆ ਤੋਂ ਵਧੀਆ ਸ਼ਸਤਰ ਉਹ ਗੁਰੂ ਦਰਬਾਰ ਦੇ ਵਿੱਚ ਭੇਟਾ ਕਰਨ ਲਈ ਲਿਆਓ। ਜਿਹੜਾ ਗੁਰੂ ਕਾ ਸਿੱਖ ਤਨ ਤੇ ਸ਼ਸਤਰ ਸਜਾ ਕੇ ਆਵੇਗਾ, ਉਸ ਉੱਪਰ ਸਾਡੀ ਦਰਗਾਹੀ ਪ੍ਰਸੰਨਤਾ ਹੋਵੇਗੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ ਕਲਗੀਧਰ ਸੁਆਮੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਲਮ ਬੰਦ ਕੀਤਾ। ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਕਿ ਗੁਰੂ ਕਿਆ ਸਿੱਖਾ ਜਦੋਂ ਮੇਰੇ ਦਰਸ਼ਨਾਂ ਲਈ ਆਉਣਾ ਹੋਵੇ, ਹੱਥ ਵਿੱਚ ਸ਼ਸਤਰ ਪਕੜ ਕੇ ਆਈ, ਸ਼ਸਤਰਾਂ ਤੋਂ ਬਿਨਾ ਨਾ ਆਈ। ਕਿਉਂਕਿ ਬਿਨਾ ਸ਼ਸਤਰੰ ਕੇਸੰ ਨਰੰਗ ਭੇਡ ਜਾਨੋ, ਗਹੇ ਕਾਨ ਤਾਕੋ ਕਿਤੈ ਲੈ ਸਿਧਾਨੋ। ਬਿਨਾ ਸ਼ਸਤਰਾਂ ਤੋਂ ਬੰਦਾ ਇੱਕ ਭੇਡ ਬੱਕਰੀ ਦੀ ਨਿਆਈ ਹੁੰਦਾ ਹੈ, ਹਕੂਮਤ ਕੰਨ ਤੋਂ ਪਕੜ ਕੇ ਕਿਧਰ ਵੀ ਲਿਜਾ ਸਕਦੀ ਹੈ। ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਬੱਬਰ ਸ਼ੇਰ ਬਣਾਇਆ। ਕਹਿੰਦੇ ਸਤਿਗੁਰੂ ਨੇ ਸ਼ਾਹੀ ਸਿੱਖ ਫੌਜ ਤਿਆਰ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਸ਼ਾਹੀ ਸਿੱਖ ਫੌਜ ਵੀ ਸਜਦੀ ਹੈ।
ਔਰ ਉਸ ਸਿੱਖ ਫੌਜ ਨੂੰ ਮਹਾਰਾਜ ਨੇ 5 ਜਥਿਆਂ ਵਿੱਚ ਵੰਡ ਦਿੱਤਾ। ਇੱਕ ਜਥਾ ਬਣਾਇਆ ਜਿਹੜਾ ਅਗਾਂਹ ਹੋ ਕੇ ਲੜਦਾ ਸੀ। ਉਸ ਜਥੇ ਦਾ ਜਥੇਦਾਰ ਨਿਯੁਕਤ ਕੀਤਾ ਭਾਈ ਲੰਗਾਹ ਜੀ ਨੂੰ। ਇੱਕ ਜਥਾ ਗੁਰੂ ਹਰਗੋਬਿੰਦ ਸਾਹਿਬ ਨੇ ਨਿਯੁਕਤ ਕੀਤਾ ਗੁਰੀਲਾ ਨੀਤੀ ਵਾਲਾ, ਜਿਹੜਾ ਦੁਸ਼ਮਣ ਨੂੰ ਚਮਕਾ ਦੇ ਕਰਕੇ ਦੁਸ਼ਮਣ ਤੇ ਵਾਰ ਕਰਕੇ ਜੰਗ ਦੇ ਮੈਦਾਨ ਵਿੱਚ ਫਤਿਹ ਪਾਉਂਦਾ ਸੀ। ਗੁਰੀਲਾ ਨੀਤੀ ਦੇ ਜਥੇ ਦਾ ਜਥੇਦਾਰ ਨਿਯੁਕਤ ਕੀਤਾ ਬਾਬਾ ਬਿਧੀ ਚੰਦ ਜੀ ਨੂੰ, ਸੁਰ ਸਿੰਘ ਦੇ ਰਹਿਣ ਵਾਲੇ। ਉਹਨਾਂ ਨੂੰ ਇਸ ਦੂਸਰੇ ਜਥੇ ਦਾ ਜਥੇਦਾਰ ਥਾਪਿਆ। ਤੀਸਰਾ ਜਥੇਦਾਰ, ਹੁਣ ਤੀਸਰਾ ਜਥਾ ਉਹ ਬਣਾਇਆ ਕਿਉਂਕਿ ਜਦੋਂ ਸਮਾਜ ਵਿੱਚ ਵਿਚਰਨਾ ਹੋਵੇ ਉਹਨਾਂ ਆਗੂਆਂ ਦੀ ਵੀ ਲੋੜ ਚਾਹੀਦੀ ਹੈ ਜਿਨ੍ਹਾਂ ਦੀ ਵਾਕਫੀ ਬਹੁਤ ਹੋਵੇ, ਤਾਂ ਕਿ ਸਮਾਜ ਔਰ ਇਹ ਕੁੱਲ ਲੁਕਾਈ ਸਿੱਧਾ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋ ਕਰਕੇ ਆਪਣੀ ਗੱਲ ਰੱਖ ਸਕੇ। ਤਾਂ ਕਹਿੰਦੇ ਭਾਈ ਪ੍ਰਾਣਾ ਜੀ ਦੀ ਪੰਜਾਬ ਦੇ ਹਰ ਇੱਕ ਨਗਰ ਦੇ ਵਿੱਚ ਬਹੁਤ ਵਾਕਫੀ ਸੀ। ਤੀਸਰੇ ਜਥੇ ਦਾ ਜਥੇਦਾਰ ਭਾਈ ਪ੍ਰਾਣਾ ਜੀ ਨੂੰ ਬਣਾਇਆ। ਚੌਥਾ ਜਥਾ ਬਣਾਇਆ ਅਸਤਬਲ ਦਾ, ਉਸ ਜਥੇ ਦਾ ਜਥੇਦਾਰ ਨਿਯੁਕਤ ਕੀਤਾ ਭਾਈ ਪਿਆਰਾ ਜੀ ਨੂੰ। ਪੰਜਵਾਂ ਜਥਾ ਬਣਾਇਆ, ਉਹਦਾ ਜਥੇਦਾਰ ਭਾਈ ਜੇਠਾ ਜੀ ਨੂੰ ਨਿਯੁਕਤ ਕੀਤਾ ਗਿਆ। ਭਾਵ 5 ਜਥੇਦਾਰ ਥਾਪ ਦਿੱਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ। ਜਥਿਆਂ ਨੂੰ ਵੰਡਣ ਤੋਂ ਬਾਅਦ, ਜਥੇਦਾਰ ਨਿਯੁਕਤ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਨੂੰ ਪਨਾਹ ਦੇਣ ਦੇ ਲਈ ਫਿਰ ਕਿਲੇ ਦੀ ਉਸਾਰੀ ਵੀ ਕੀਤੀ। ਕਿਲਾ ਲੋਹਗੜ੍ਹ ਸਾਹਿਬ ਪੂਰਬ ਵੱਲ ਇੱਕ ਕੱਚੀ ਗੜੀ ਦੇ ਉੱਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਲਾ ਲੋਹਗੜ੍ਹ ਦੀ ਉਸਾਰੀ ਕੀਤੀ, ਜਿੱਥੇ ਅਸਤਬਲ ਰਿਹਾ ਕਰਦਾ ਸੀ, ਫੌਜਾਂ ਰਿਹਾ ਕਰਦੀਆਂ ਸੀ। ਕਿਉਂਕਿ ਇਹ ਖਤਰਾ ਉਹਨਾਂ ਸਮਿਆਂ 'ਚ ਮੰਡਰਾ ਰਿਹਾ ਸੀ ਲਾਹੌਰ ਵੱਲੋਂ ਕਿ ਅੰਮ੍ਰਿਤਸਰ ਦੀ ਧਰਤੀ ਤੇ ਕਦੇ ਵੀ ਹਮਲਾ ਹੋ ਸਕਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕਿਲੇ ਦੀ ਉਸਾਰੀ ਦੇ ਨਾਲ ਵਿਵੇਕਸਰ ਦੀ ਉਸਾਰੀ ਕਰਵਾਈ। ਔਰ ਕਿਉਂਕਿ ਰਾਮਸਰ ਦੀ ਉਸਾਰੀ ਦੀ ਆਰੰਭਤਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਰੰਭ ਕਰ ਗਏ ਸਨ, ਉਸ ਕਾਰਜ ਨੂੰ ਵੀ ਸੰਪੂਰਨ ਗੁਰੂ ਹਰਗੋਬਿੰਦ ਸਾਹਿਬ ਨੇ ਕਰਾਇਆ। ਪਰ ਜੋ ਆਪਾਂ ਬਚਨ ਪੜ੍ਹਦੇ ਕਿ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ। ਜਿੱਥੇ 5 ਪਿਆਲਿਆਂ ਦੇ ਧਾਰਨੀ ਸਤ ਸੰਤੋਖ ਦਇਆ ਧਰਮ ਧੀਰਜ, ਇਹਨਾਂ 5 ਪਿਆਲਿਆਂ ਦੇ ਧਾਰਨੀ 5 ਸ਼ਾਂਤ ਸਰੂਪ 5 ਪਾਤਸ਼ਾਹੀਆਂ ਨੇ ਸਿੱਖ ਸੰਗਤਾਂ ਨੂੰ ਤਾਰਿਆ। ਅੱਜ 6ਵੇਂ ਪੀਰ ਨੇ ਨਵਾਂ ਰੂਪ ਵਿਖਾ ਦਿੱਤਾ। ਪੀਰੀ ਦੇ ਨਾਲ ਮੀਰੀ ਦਾ ਸਿਧਾਂਤ ਪ੍ਰਗਟ ਕੀਤਾ, ਸੰਤ ਗੁਣ ਦੇ ਨਾਲ ਸਿਪਾਹੀ ਗੁਣ ਪ੍ਰਗਟ ਕੀਤਾ, ਸੰਤ ਬਲ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਰਾਜ ਬਲ ਵੀ ਪ੍ਰਗਟ ਕੀਤਾ। ਹੁਣ ਜਦੋਂ ਇਸ ਤਰ੍ਹਾਂ ਅਕਾਲ ਦਾ ਤਖਤ ਤਿਆਰ ਹੋਇਆ, ਅਕਾਲ ਤਖਤ ਦੀ ਅਕਾਲੀ ਫੌਜ ਤਿਆਰ ਹੋਈ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਅੰਦਰ ਨਗਾਰੇ ਤੇ ਚੋਟਾਂ ਪੈਣੀਆਂ ਸ਼ੁਰੂ ਹੋਈਆਂ, ਘੋੜ ਸਵਾਰੀਆਂ ਸ਼ੁਰੂ ਹੋਈਆਂ। ਤਾਂ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਫਿਰ ਜਹਾਂਗੀਰ ਦੇ ਕੰਨ ਭਰਨੇ ਵੀ ਸ਼ੁਰੂ ਕਰ ਦਿੱਤੇ। ਚੰਦੂ ਵਰਗਿਆਂ ਨੇ, ਮਿਹਰਬਾਨ ਵਰਗਿਆਂ ਨੇ, ਮੁਰਤਜ਼ਾ ਖਾਨ ਨੇ, ਮੌਕੇ ਦੇ ਬਾਦਸ਼ਾਹ ਦੇ ਬਹੁਤ ਕੰਨ ਭਰੇ। ਔਰ ਇਹ ਗੱਲਾਂ ਕੀਤੀਆਂ ਗਈਆਂ ਜਹਾਂਗੀਰ ਨੂੰ ਕਿ ਤੇਰਾ ਸਾਰਾ ਧਿਆਨ ਗੁਜਰਾਤ ਦੀ ਧਰਤੀ ਵੱਲ ਹੋਇਆ ਪਿਆ, ਪਰ ਪੰਜਾਬ ਦਾ ਰਾਜ ਤੇਰੇ ਹੱਥਾਂ ਤੋਂ ਅੱਜ ਵੀ ਖਿਸਕਿਆ ਤੇ ਕੱਲ ਵੀ ਖਿਸਕਿਆ। ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਵਾਰਿਸ ਨੇ ਤਖਤ ਤਿਆਰ ਕੀਤਾ ਔਰ ਉਸ ਤਖਤ ਦੇ ਉੱਪਰ ਬੈਠ ਕਰਕੇ ਉਹ ਸਮਾਜ ਦੇ ਫੈਸਲੇ ਪਿਆ ਕਰ ਰਿਹਾ ਹੈ। ਉਹਨੇ ਸ਼ਾਹੀ ਫੌਜ ਤਿਆਰ ਕੀਤੀ ਹੈ, ਸਿੱਖਾਂ ਨੂੰ ਸ਼ਸਤਰ ਧਾਰੀ ਹੋਣ ਦੇ ਹੁਕਮ ਦੇ ਦਿੱਤੇ ਨੇ। ਇਸ ਤਰ੍ਹਾਂ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਤੇ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਵੀ ਬਾਦਸ਼ਾਹੀ ਹਕੂਮਤ ਪਾਤਸ਼ਾਹੀ ਲਲਕਾਰ ਨੂੰ ਬਹੁਤਾ ਬਰਦਾਸ਼ਤ ਨਹੀਂ ਕਰਦੀ। ਮੁਰਤਜ਼ਾ ਖਾਨ ਨੂੰ ਕਿਹਾ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਪਾਤਸ਼ਾਹੀ ਲਲਕਾਰ ਨੂੰ ਦਬਾਇਆ ਜਾਵੇ, ਬੰਦ ਕੀਤਾ ਜਾਵੇ। ਹੁਣ ਮੁਰਤਜ਼ਾ ਖਾਨ ਨੇ ਕੂਟਨੀਤੀ ਅਪਣਾਈ, ਇਹ ਆਦੇਸ਼ ਜਾਰੀ ਕੀਤੇ ਵਜ਼ੀਰ ਖਾਨ ਦੇ ਗੁੰਚਾ ਬੇਗ ਦੇ ਜ਼ਰੀਏ। ਮੁਰਤਜ਼ਾ ਖਾਨ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕਰ ਦਿੱਤੇ। ਪਰ ਪਤਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਲੋਕਾਈ ਰੱਬ ਜਾਣ ਕੇ ਪੂਜਦੀ ਹੈ, ਖੁਦਾ ਜਾਣ ਕੇ ਪੂਜਦੀ ਹੈ। ਸਮਾਜ ਵਿੱਚ ਗੱਲ ਬਹੁਤੀ ਬਾਹਰ ਨਾ ਆਵੇ, ਕਿਤੇ ਸਮਾਜ ਦੀ ਪ੍ਰਜਾ
ਹਕੂਮਤ ਦਾ ਵਿਦਰੋਹ ਨਾ ਕਰਨ ਲੱਗ ਜਾਵੇ। ਇਸ ਕਰਕੇ ਮੁਰਤਜ਼ਾ ਖਾਨ ਨੇ ਇੱਕ ਨੀਤੀ ਅਪਣਾਈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਕਿ ਤੁਹਾਨੂੰ ਆਗਰੇ ਪੇਸ਼ ਹੋਣਾ ਪਵੇਗਾ। ਬਸ ਗੱਲ ਇੰਨੀ ਕਿ ਹੈ। ਤੇ ਦੂਸਰਾ ਇਹ ਆਦੇਸ਼ ਜਾਰੀ ਕੀਤਾ ਕਿ ਪੇਸ਼ੀ ਇਨ੍ਹਾਂ ਕਾਰਨਾਂ ਕਰਕੇ ਲੱਗ ਰਹੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਸਰਕਾਰ ਨੂੰ ਜੁਰਮਾਨਾ ਦੇਣਾ ਸੀ, ਪਰ ਉਹ ਜੁਰਮਾਨਾ ਅਦਾ ਨਹੀਂ ਕਰ ਸਕੇ। ਇਸ ਕਰਕੇ ਹਕੂਮਤ ਵੱਲੋਂ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਦੇਸ਼ ਨੇ ਕਿ ਆਪਣੇ ਪਿਤਾ ਵੱਲੋਂ ਦੇਣ ਜਾਣ ਵਾਲਾ ਜੁਰਮਾਨਾ ਉਹ ਖੁਦ ਆ ਕੇ ਦੇਣ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ, ਪਾਤਸ਼ਾਹ ਤੇ ਖੁਦ ਖੇਡਾਂ ਰਚਾਉਣ ਵਾਲੇ ਨੇ। ਵਜ਼ੀਰ ਖਾਨ ਨੇ, ਗੁੰਚਾ ਬੇਗ ਨੇ ਜਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਬੇਨਤੀ ਕੀਤੀ। ਇੱਕ ਵਾਰ ਸਿੱਖ ਸੰਗਤ ਨੂੰ ਇਹ ਦੱਸਿਆ ਨਹੀਂ ਗਿਆ ਕਿ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਜਾ ਰਹੇ, ਕਿਉਂਕਿ ਇਹ ਗਾਥਾਵਾਂ ਬਣੀਆਂ ਕਿ ਜਿਹੜਾ ਗਵਾਲੀਅਰ ਦੇ ਕਿਲੇ ਵਿੱਚ ਇੱਕ ਵਾਰ ਆ ਜਾਵੇ ਉਹ ਜਿਉਂਦਾ ਵਾਪਸ ਬਾਹਰ ਨਹੀਂ ਪਰਤਦਾ। ਇੱਥੇ ਤਸੀਹੇ ਇਤਨੇ ਦਿੱਤੇ ਜਾਂਦੇ ਨੇ ਕਿ ਬੰਦਾ ਜਿਉਂਦਾ ਵਾਪਸ ਨਹੀਂ ਜਾਂਦਾ, ਪਰ ਮੁਰਦਿਆਂ ਦੇ ਵਿੱਚ ਵੀ ਜਾਨ ਪਾਉਣ ਵਾਲੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵਕਤ ਗਵਾਲੀਅਰ ਦੀ ਧਰਤੀ ਤੇ ਇਸ ਕਿਲੇ ਵਿੱਚ ਮੁਬਾਰਕ ਚਰਨ ਪਾਏ, ਮਹਾਰਾਜ ਨੇ ਕਿਲੇ ਦੇ ਵੀ ਸੁੱਤੇ ਭਾਗ ਜਗਾ ਦਿੱਤੇ। ਮਹਾਰਾਜ ਨੇ ਕਿਲੇ ਦੀ ਰੂਪ ਰੇਖਾ ਬਦਲ ਦਿੱਤੀ। ਖਾਲਸਾ ਜੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੋਂ ਗਵਾਲੀਅਰ ਦੀ ਧਰਤੀ ਵੱਲ ਰਵਾਨਾ ਹੋਏ ਔਰ ਦਿੱਲੀ ਦੀ ਧਰਤੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮਜਨੂ ਕੇ ਟਿੱਲੇ ਪੜਾ ਕੀਤਾ। ਇਸ ਧਰਤੀ ਦੇ ਉੱਤੇ ਜਦੋਂ ਪੜਾ ਕੀਤਾ, ਵੱਖ-ਵੱਖ ਫਕੀਰਾਂ ਨੇ ਗੁਰੂ ਸਾਹਿਬ ਨਾਲ ਮੁਲਾਕਾਤ ਵੀ ਕੀਤੀ। ਤਾਂ ਕਹਿੰਦੇ ਉਹਨੇ ਦਿਨੀ ਇੱਕ ਸਿਕੰਦਰ ਸ਼ਾਹ ਫਕੀਰ ਹੋਇਆ, ਉਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਆਇਆ। ਛੇਵੇਂ ਪਾਤਸ਼ਾਹ ਨੂੰ ਆ ਕਰਕੇ ਬੇਨਤੀ ਕਰਨ ਲੱਗਾ ਕਿ ਪਾਤਸ਼ਾਹ, ਕਹਿੰਦੇ ਨੇ ਸੰਸਾਰ ਝੂਠਾ ਹੈ ਕਿ ਸੱਚਾ ਹੈ, ਜਰਾ ਇਸ ਗੱਲ ਦਾ ਜਵਾਬ ਦਿਓ। ਸੰਸਾਰ ਝੂਠਾ ਹੈ ਕਿ ਸੱਚਾ ਹੈ? ਜੇ ਸੱਚਾ ਹੈ ਤੇ ਮਰਦਾ ਕਿਉਂ ਹੈ? ਜੇ ਝੂਠਾ ਹੈ ਤੇ ਪ੍ਰਤੱਖ ਭਾਸਦਾ ਕਿਉਂ ਹੈ? ਪ੍ਰਤੱਖ ਨਜ਼ਰ ਕਿਉਂ ਆ ਰਿਹਾ ਜੇ ਝੂਠਾ ਹੈ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਇਹ ਪ੍ਰਸ਼ਨ ਰੱਖ ਦਿੱਤਾ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਪੀਰ ਸਿਕੰਦਰ ਸ਼ਾਹ, ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ। ਜਦੋਂ ਇਨਸਾਨ ਨੀਂਦ ਵਿੱਚ ਹੁੰਦਾ ਹੈ ਤੇ ਸੁਪਨੇ ਵਿੱਚ ਹੋਵੇ, ਸੁਪਨਾ ਵੀ ਇਸ ਨੂੰ ਲੱਗਦਾ ਹੈ ਕਿ ਸੱਚਾ ਹੈ, ਪਰ ਜਦੋਂ ਨੀਂਦ ਟੁੱਟ ਜਾਵੇ ਸੁਪਨਾ ਵੀ ਟੁੱਟ ਜਾਂਦਾ ਹੈ ਤੇ ਗਿਆਤ ਹੋ ਜਾਂਦਾ ਹੈ ਕਿ ਕੇਵਲ ਸੁਪਨਾ ਸੀ, ਇਹ ਸੱਚਾ ਨਹੀਂ। ਇਹ ਜਗਤ ਇੱਕ ਸੁਪਨੇ ਦੀ ਤਰ੍ਹਾਂ ਹੈ, ਜਗਤ ਇੱਕ ਤਮਾਸ਼ਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਤਾਂ ਹੀ ਕਿਹਾ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾ ਮੋਹ ਨਿੰਦਰਾ ਮੈਂ, ਕਬਹੂ ਸੁਚਿਤ ਵਹਿ ਜਾਗੋ। ਕਿਤੇ ਜਾਗ, ਮੋਹ ਦੀ ਨਿੰਦਰ ਤੋਂ ਉੱਠ, ਖੜਾ ਹੋ ਕੇ ਬੰਦਗੀ ਦਾ ਉਦਮ ਕਰ, ਇਬਾਦਤ ਦਾ ਉਦਮ ਕਰ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਜਗਤ ਇੱਕ ਸੁਪਨੇ ਦੀ ਤਰ੍ਹਾਂ ਹੈ। ਇਨਸਾਨ ਤ੍ਰਿਸ਼ਨਾ ਦੀ, ਵਿਸ਼ਿਆਂ ਵਕਾਰਾਂ ਦੀ ਨੀਂਦ ਵਿੱਚ ਹੈ, ਇਸ ਕਰਕੇ ਸੱਚਾ ਜਾਪਦਾ, ਪਰ ਇੱਕ ਦਿਨ ਇਹ ਨੀਂਦ ਟੁੱਟ ਜਾਵੇਗੀ ਤੇ ਇਸ ਜਗਤ ਦਾ ਸੁਪਨਾ ਵੀ ਖਤਮ ਹੋ ਜਾਵੇਗਾ। ਦੂਸਰਾ ਸਵਾਲ ਸਿਕੰਦਰ ਸ਼ਾਹ ਫਕੀਰ ਨੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਕੀਤਾ ਕਿ ਇਨਸਾਨ ਨੂੰ ਦੁੱਖ ਕਿਉਂ ਆਉਂਦੇ ਨੇ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਦੁੱਖ ਉਦੋਂ ਆਉਂਦਾ ਜਦੋਂ ਆਪਣੀ ਹਸਤੀ ਤੇ ਮਾਣ ਕਰਕੇ ਬੈਠ ਜਾਂਦਾ। ਉਦੋਂ ਇਹਦੇ ਉੱਤੇ ਦੁੱਖ ਆਉਂਦਾ ਜਦੋਂ ਰੱਬ ਦੀ ਹਸਤੀ ਤੋਂ ਮੁਨਕਰ ਹੋ ਜਾਂਦਾ ਹੈ, ਆਪਣੀ ਹਸਤੀ ਦੇ ਦਾਅਵੇ ਕਰਨ ਲੱਗ ਜਾਂਦਾ ਹੈ ਤੇ ਰੱਬ ਦੀ ਯਾਦ ਤੋਂ ਮੁਨਕਰ ਹੋ ਜਾਂਦਾ ਹੈ। ਕਿਉਂਕਿ ਇੱਕ ਵਾਰ ਭਾਈ ਨੰਦ ਲਾਲ ਸਾਹਿਬ ਨੇ ਵੀ ਕਲਗੀਧਰ ਪਾਤਸ਼ਾਹ ਨੂੰ ਬਚਨ ਕੀਤੇ, ਗਮ ਚੇ ਬਾਸ਼ਿਦ ਚੀਸ਼ਤ ਸਾਦੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨੂੰ ਭਾਈ ਨੰਦ ਲਾਲ ਸਾਹਿਬ ਨੇ ਕਿਹਾ, ਪਾਤਸ਼ਾਹ ਦੁੱਖ ਕੀ ਹੈ ਤੇ ਸੁੱਖ ਕੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਨੰਦ ਲਾਲ, ਗਫਲਤ ਅਜ਼ਿਆਦੇ ਖੁਦਾ, ਖੁਦਾ ਦੀ ਯਾਦ ਤੋਂ ਮੁਨਕਰ ਹੋ ਜਾਣਾ ਇਨਸਾਨ ਲਈ ਸਭ ਤੋਂ ਵੱਡਾ ਦੁੱਖਾਂ ਦਾ ਕਾਰਨ ਬਣ ਜਾਂਦਾ। ਤੇ ਸੁੱਖ ਕੀ ਹੈ? ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਯਾਦੇ ਬੇਇੰਤਹਾ, ਖੁਦਾ ਦੀ ਯਾਦ ਵਿੱਚ ਸਦਾ ਲਈ ਜੁੜੇ ਰਹਿਣਾ ਇਨਸਾਨ ਲਈ ਸਭ ਤੋਂ ਵੱਡਾ ਸੁੱਖ ਬਣ ਜਾਂਦਾ ਹੈ। ਇਹੋ ਕਾਰਨ ਹੈ ਜਪਜੀ ਸਾਹਿਬ ਚ ਪੜ੍ਹਦੇ, ਨਾਨਕ ਭਗਤਾਂ ਸਦਾ ਵਿਗਾਸ।
ਭਗਤਾਂ ਦੇ ਰੱਬ ਦੇ ਪਿਆਰਿਆਂ ਦੇ ਚਿਹਰੇ ਸਦਾ ਖਿੜੇ ਰਹਿੰਦੇ। ਖਾਲਸਾ ਜੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਫਕੀਰ ਦੇ ਸ਼ੰਕਿਆਂ ਨੂੰ ਨਿਵਰਤ ਕੀਤਾ। ਮਜਨੂ ਕੇ ਟਿੱਲੇ ਤੇ ਪੜਾ ਸੀ, ਉੱਥੋਂ ਪਾਤਸ਼ਾਹ ਨੇ ਚਾਲੇ ਪਾਏ, ਗਵਾਲੀਅਰ ਦੀ ਧਰਤੀ ਤੇ ਪਹੁੰਚੇ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਗਵਾਲੀਅਰ ਦਾ ਕਿਲਾ ਸੁਨਸਾਨ ਰਿਹਾ ਕਰਦਾ ਸੀ। ਜਿਹੜਾ ਵੀ ਇਸ ਕਿਲੇ ਵੱਲ ਵੇਖਦਾ ਸੀ ਤੇ ਕਹਿੰਦੇ ਉਸ ਨੂੰ ਮੌਤ ਦੇ ਸਨਾਟੇ ਹੀ ਸੁਣਾਈ ਦਿੰਦੇ ਸਨ। ਪਰ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵੱਲ ਆਪਣੇ ਮੁਬਾਰਕ ਚਰਨ ਵਧਾਏ, ਕਹਿੰਦੇ ਜਿਉਂ-ਜਿਉਂ ਪਾਤਸ਼ਾਹ ਦੇ ਚਰਨ ਕਿਲੇ ਦੇ ਅੰਦਰ ਪ੍ਰਵੇਸ਼ ਕਰਦੇ, ਕਹਿੰਦੇ ਨਾਮ ਦੀ ਕਲਾ ਕਿਲੇ ਦੀਆਂ ਕੰਧਾਂ ਤੱਕ ਵੀ ਜਾ ਕਰਕੇ ਆਪਣਾ ਪ੍ਰਤਾਪ ਵਧਾਉਂਦੀ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜਿਉਂ-ਜਿਉਂ ਕਿਲੇ ਦੇ ਅੰਦਰ ਪ੍ਰਵੇਸ਼ ਕਰਦੇ, ਤਿਉਂ-ਤਿਉਂ ਪਾਤਸ਼ਾਹ ਦੇ ਪ੍ਰਤਾਪ ਦੀ ਖੁਸ਼ਬੂ ਕਿਲੇ ਦੀਆਂ ਕੰਧਾਂ ਨੂੰ ਛੂੰਹਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਇਸ ਕਿਲੇ ਦੇ ਵਿੱਚ ਚਰਨ ਪਾਏ, ਕਹਿੰਦੇ ਜਿਹੜੇ ਕੈਦੀ ਆਪਣੇ ਜੀਣ ਦੀ ਆਸ ਵੀ ਛੱਡ ਚੁੱਕੇ ਸਨ, ਜਦੋਂ ਪਤਾ ਲੱਗਾ ਅੱਜ ਪਾਤਸ਼ਾਹ ਦੇ ਪਾਤਸ਼ਾਹ ਕਿਲੇ ਵਿੱਚ ਆ ਚੁੱਕੇ ਨੇ, ਉਹਨਾਂ ਦੇ ਅੰਦਰ ਵੀ ਜੀਣ ਦੀ ਆਸ ਪੈਦਾ ਹੋ ਗਈ। ਧਰਤੀ ਤੇ ਆ ਚੁੱਕਿਆ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਰਨ ਪਾਏ। ਔਰ ਸਭ ਤੋਂ ਜ਼ਰੂਰੀ ਬਾਤ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਦੀ ਖਾਨੇ ਵਿੱਚ ਨਹੀਂ ਰੱਖਿਆ ਗਿਆ, ਬਲਕਿ ਭਾਵੇਂ ਕਿ ਖਾਲਸਾ ਜੀ ਇਹ ਸੱਚ ਹੈ, ਮੌਕੇ ਦੀ ਹਕੂਮਤ, ਮੌਕੇ ਦੀ ਬਾਦਸ਼ਾਹੀ ਕਦੇ ਪਾਤਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕਰਦੀ। ਪਰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਮੌਕੇ ਦਾ ਬਾਦਸ਼ਾਹ ਜਿਤਨਾ ਮਰਜ਼ੀ ਹੰਕਾਰੀ ਹੋਵੇ, ਜਿਤਨਾ ਮਰਜ਼ੀ ਫੌਜਾਂ ਤੇ ਮਾਣ ਕਰੇ, ਆਪਣੇ ਹਥਿਆਰਾਂ ਤੇ ਮਾਣ ਕਰੇ, ਪਰ ਸਾਹਮਣੇ ਭਾਵੇਂ ਕੋਈ ਫਕੀਰ ਸੱਚ ਤੇ ਪਹਿਰਾ ਦੇਣ ਵਾਲਾ ਕੱਲਾ ਹੀ ਖੜ ਜਾਵੇ, ਇੱਕ ਪਾਸੇ 10 ਲੱਖ ਦੀ ਫੌਜ ਹੋਵੇ, ਇੱਕ ਪਾਸੇ 40 ਮੁੱਠੀ ਭਰ ਸਿੰਘ ਵੀ ਹੋਣ, ਜਿਹੜੇ 6 ਮਹੀਨਿਆਂ ਦੇ ਕੜਾਕੇ ਕੱਟ ਕੇ ਆਏ ਹੋਣ, ਤਾਂ ਵੀ ਮੌਕੇ ਦਾ ਬਾਦਸ਼ਾਹ ਉਹਨਾਂ ਫਕੀਰਾਂ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਜੇ ਕਰ ਸਕਦਾ। ਇਹੋ ਕਾਰਨ ਹੈ ਵੀ ਅੱਜ ਦਿੱਲੀ ਦੀ ਧਰਤੀ ਤੇ 9 ਮਹੀਨੇ ਤੋਂ ਵੱਧ ਹੋ ਗਏ ਕਿਸਾਨਾਂ ਨੂੰ ਧਰਨਾ ਲਾਇਆ। ਭਾਵੇਂ ਕਦੇ ਕਿਸਾਨਾਂ ਤੇ ਪਾਣੀ ਦੀਆਂ ਬੁਛਾਰਾਂ ਮਾਰੇ ਮੋਦੀ, ਭਾਵੇਂ ਕਦੇ ਮੌਕੇ ਦੇ ਕਿਸਾਨਾਂ ਦੇ ਉੱਤੇ ਉਹਦੇ ਮੰਤਰੀ ਗੱਡੀਆਂ ਚਲਾ ਦੇਣ, ਪਰ ਇਹ ਵੀ ਸੱਚ ਹੈ ਵੀ ਮੋਦੀ ਵਿੱਚ ਇੰਨੀ ਤਾਕਤ ਨਹੀਂ ਵੀ ਕਿਸਾਨਾਂ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਲਵੇ। ਕਿਉਂਕਿ ਬਾਦਸ਼ਾਹੀ ਜਿਤਨੀ ਮਰਜ਼ੀ ਹੰਕਾਰੀ ਹੋਵੇ, ਬਾਬਰ ਕੇ ਜਿੰਨੇ ਮਰਜ਼ੀ ਹੰਕਾਰੀ ਹੋਣ, ਪਰ ਬਾਬੇ ਕਿਆਂ ਦਾ ਪ੍ਰਤਾਪ ਦਿਨੋਂ ਦਿਨ ਵੱਧਦਾ ਹੀ ਹੈ, ਘਟਦਾ ਨਹੀਂ। ਜਹਾਂਗੀਰ ਦੇ ਅੰਦਰ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਪ੍ਰਤੀ ਕਿਤੇ ਨਾ ਕਿਤੇ ਭੈ ਸੀ ਵੀ ਇਹ ਖੁਦਾ ਦਾ ਰੂਪ ਹੈ। ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਅੱਜ ਆਪਾਂ ਦਰਸ਼ਨ ਕਰਦੇ ਥੜਾ ਸਾਹਿਬ ਦੇ, ਸੁਰਤ ਨੂੰ ਜਰਾ ਉਸ ਸਮੇਂ ਵੱਲ ਲੈ ਕੇ ਜਾਈਏ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਥੜੇ ਤੇ ਸੁਭਾਏਮਾਨ ਹੋਏ, ਜਿਨ੍ਹਾਂ ਕੰਧਾਂ ਦੇ ਵਿੱਚੋਂ, ਜਿਸ ਗਵਾਲੀਅਰ ਦੀ ਕਿਲੇ ਦੀ ਕੰਧਾਂ ਦੇ ਵਿੱਚੋਂ ਮੌਤ ਦੇ ਸਨਾਟੇ ਸੁਣਾਈ ਦਿੰਦੇ ਸਨ, ਅੱਜ ਉਸ ਗਵਾਲੀਅਰ ਦੇ ਕਿਲੇ ਦੀਆਂ ਕੰਧਾਂ ਵੀ ਗੁੰਜ਼ਾਰਾ ਪਾ ਰਹੀਆਂ ਕਿ ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਪੀਰ ਬੈਠਾ ਗੁਰ ਭਾਰੀ, ਛਠਮ ਪੀਰ ਬੈਠਾ ਗੁਰ ਭਾਰੀ, ਪੀਰ ਬੈਠਾ। ਅੱਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਥੜੇ ਤੇ ਸੁਭਾਏਮਾਨ ਹੋਏ, ਕਿਲੇ ਦੀ ਰੂਪ ਰੇਖਾ ਬਦਲ ਗਈ। ਦੂਸਰਾ, ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਆਉਂਦੇ ਆ ਤਾਂ ਮਹਾਰਾਜ ਨੇ ਉਸ ਵਕਤ ਸਰਕਾਰੀ ਰਸਦ ਵੱਲ ਨਿਗਾਹ ਨਹੀਂ ਰੱਖੀ, ਬਲਕਿ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਉਪਦੇਸ਼ ਕੀਤਾ, ਆਦੇਸ਼ ਦਿੱਤਾ ਸਿੱਖਾਂ ਨੂੰ ਕਿ ਅਸੀਂ ਕੇਵਲ ਤੇ ਕੇਵਲ ਕਿਰਤੀ ਸਿੱਖ ਦੇ ਹੱਥ ਦਾ ਪ੍ਰਸ਼ਾਦਾ ਛਕਾਂਗੇ। ਤਾਂ ਉਹਨਾਂ ਦਿਨਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਖਾਲਸਾ ਜੀ ਨਗਰ ਦੇ ਵਿੱਚ ਜਾ ਕਰਕੇ ਕਾਰ ਵਿਹਾਰ ਕਰਕੇ ਕਿਰਤ ਕਰਕੇ ਆਪਣੇ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਲਈ ਕਿਰਤ ਕਰਕੇ ਪ੍ਰਸ਼ਾਦਾ ਲਿਆ ਕਰਕੇ
ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਸਪੁਰਦ ਸਮਰਪਿਤ ਕਰਦੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਸ਼ਾਦੇ ਨੂੰ ਭੋਗ ਲਾਉਂਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ ਐਸੇ ਕਿਰਤੀ ਸਿੱਖਾਂ ਦੇ ਕਮਾਈ ਦੇ ਵਿੱਚੋਂ ਆਇਆ ਹੋਇਆ ਪ੍ਰਸ਼ਾਦਾ ਛਕਿਆ ਤੇ ਇਤਿਹਾਸ ਹਾਮੀ ਭਰਦਾ ਕਿ ਅਲੂਣਾ ਪ੍ਰਸ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛਕਿਆ ਕਰਦੇ ਸੀ। ਦਿਨੋਂ ਦਿਨ ਇਸ ਗਵਾਲੀਅਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਵਧਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਮੁਰਝਾਏ ਚਿਹਰੇ ਵਾਲਿਆਂ ਦੇ ਆਤਮਿਕ ਮੌਤ ਜਿਨ੍ਹਾਂ ਦੀ ਹੋ ਗਈ ਸੀ, ਸਤਿਗੁਰੂ ਨੇ ਉਹਨਾਂ ਦੇ ਅੰਦਰ ਆਤਮਿਕ ਜੀਵਨ ਭਰ ਦਿੱਤਾ, ਰੂਹਾਨੀਅਤ ਭਰਿਆ ਜੀਵਨ ਭਰ ਦਿੱਤਾ। ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ, ਦੀਦਾਰੇ ਕਰਦਾ, ਇੱਕ ਵਾਰ ਉਹਦਾ ਰੋਮ ਰੋਮ ਖਿੜ ਜਾਂਦਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਿਹਰੇ ਤੇ ਐਸਾ ਜਲਾਲ ਹੈ, ਪ੍ਰਤਾਪ ਹੈ, ਨੂਰਾਨੀ ਪ੍ਰਤਾਪੀ ਚਿਹਰਾ। ਜਿਹੜਾ ਵੀ ਪਾਤਸ਼ਾਹ ਦੇ ਦਰਸ਼ਨ ਕਰ ਲੈਂਦਾ, ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਤੇ ਇੱਕ ਪਾਸੇ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਪਾਤਸ਼ਾਹ ਦੇ ਦੀਦਾਰਿਆਂ ਲਈ ਤੜਪ ਜਾਗੀ, ਪ੍ਰੇਮ ਜਾਗਿਆ, ਵੈਰਾਗ ਜਾਗਿਆ। ਤਾਂ ਉਹਨਾਂ ਨੇ ਵੀ ਮਾਤਾ ਜੀ ਨੂੰ ਬੇਨਤੀਆਂ ਕੀਤੀਆਂ ਕਿ ਗੁਰੂ ਕੇ ਦੀਦਾਰੇ ਕਦੋਂ ਹੋਣਗੇ, ਕਦੋਂ ਗੁਰੂ ਦੇ ਪ੍ਰਤੱਖ ਦੀਦਾਰੇ ਹੋਣਗੇ। ਤਾਂ ਖਾਲਸਾ ਜੀ ਉਹਨਾਂ ਸਮਿਆਂ 'ਚ ਮਾਤਾ ਜੀ ਦੇ ਹੁਕਮਾਂ ਦੇ ਨਾਲ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਸਿੱਖ ਸੰਗਤ ਨੂੰ ਇਕੱਠਿਆਂ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅਰਦਾਸ ਬੇਨਤੀ ਕਰਕੇ, ਕਿਉਂਕਿ ਇਹ ਸਿੱਖ ਦੇ ਜੀਵਨ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਦੁਨੀਆ ਦੇ ਜਿਸ ਮਰਜ਼ੀ ਕੋਨੇ ਤੇ ਹੋਵੇ, ਨਾ ਤਾਂ ਹਰਿਮੰਦਰ ਸਾਹਿਬ ਤੋਂ ਦੂਰ ਹੋਵੇ ਤੇ ਨਾ ਹੀ ਅਕਾਲ ਦੇ ਤਖਤ ਅਕਾਲ ਤਖਤ ਸਾਹਿਬ ਤੋਂ ਕਦੇ ਦੂਰ ਹੋਵੇ, ਕਿਉਂਕਿ ਹਰਿਮੰਦਰ ਸਾਹਿਬ ਨੇ ਆਤਮਿਕ ਜੀਵਨ, ਰੂਹਾਨੀਅਤ ਜੀਵਨ ਭਰਨਾ, ਸੰਤ ਬਲ ਭਰਨਾ, ਔਰ ਖਾਲਸਾ ਜੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੇ ਰਾਜ ਬਲ ਭਰਨਾ। ਕਹੂ ਕਿਸੀ ਕੋ ਰਾਜ ਨਾ ਦੇ हैं जो ले हैं निज बल से ले हैं। ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਵੀ ਆਪ ਸਭ ਸੰਗਤਾਂ 'ਚ ਹਾਜ਼ਰੀ ਭਰ ਰਹੇ ਨੇ। ਔਰ ਸੰਤ ਬਾਬਾ ਕਰਮਜੀਤ ਸਿੰਘ ਜੀ ਯਮਨਾ ਨਗਰ ਵਾਲੇ, ਸੰਤ ਬਾਬਾ ਜੋਗਾ ਸਿੰਘ ਜੀ ਨਾਨਕਸਰ ਸੰਪਰਦਾ ਤੋਂ ਕਰਨਾਲ ਬਾਈਪਾਸ ਵਿਖੇ ਮਹਾਪੁਰਸ਼ਾਂ ਦੇ ਲੰਗਰ ਚੱਲਦੇ ਨੇ। ਮਾਤਾ ਸਾਹਿਬ ਦੇਵਾ ਜੀ ਦੇ ਅਸਥਾਨ ਤੋਂ ਹਾਜ਼ਰੀਆਂ ਭਰ ਰਹੇ। ਸੋ ਖਾਲਸਾ ਜੀ, ਮੈਂ ਬੇਨਤੀ ਕਰ ਰਿਹਾ, ਅਕਾਲ ਤਖਤ ਸਾਹਿਬ ਤੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸਾ ਸੋਧ ਕੇ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਸ਼ਬਦ ਚੌਂਕੀ ਦਾ ਜਥਾ ਲੈ ਕਰਕੇ ਅੰਮ੍ਰਿਤਸਰ ਦੀ ਧਰਤੀ ਤੋਂ ਇਸ ਗਵਾਲੀਅਰ ਦੀ ਧਰਤੀ ਤੇ ਪਹੁੰਚੇ। ਹੁਣ ਵੇਖੋ, ਜਦੋਂ ਗਵਾਲੀਅਰ ਦੇ ਕਿਲੇ ਦੇ ਕੋਲ ਪਹੁੰਚੇ ਤਾਂ ਗੁਰੂ ਸਾਹਿਬ ਦੇ ਦੀਦਾਰਿਆਂ ਦੀ ਮਨਜ਼ੂਰੀ ਨਹੀਂ ਦਿੱਤੀ ਗਈ, ਪਰ ਸੰਗਤਾਂ ਦੇ ਹਿਰਦੇ ਵਿੱਚ ਭਾਵਨਾ ਕਿਹੋ ਜਿਹੀ ਹੋਵੇਗੀ। ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੰਗਤਾਂ ਦੇ ਨਾਲ ਪਹੁੰਚੇ ਤਾਂ ਸਮਕਾਲੀ ਇਤਿਹਾਸਕਾਰ ਮੋਹਸਨ ਫਾਨੀ ਲਿਖਦਾ ਹੈ ਕਿ ਜਦੋਂ ਇੱਥੇ ਆ ਕੇ ਵੀ ਗੁਰੂ ਦੇ ਦੀਦਾਰਿਆਂ ਦੀ ਮਨਜ਼ੂਰੀ ਨਾ ਮਿਲੀ ਹਕੂਮਤ ਵੱਲੋਂ, ਤਾਂ ਦਰ ਹੰਗਾਮ ਮਸੰਦਾ ਵਾ ਸਿੱਖਾਂ ਮੀ ਰਫਤੰਦ ਵਾ ਦੀਵਾਰ ਕਿਲਾ ਰਾ ਸਿਜਦਾ ਮੀ ਕਰਦੰਦ। ਕਹਿੰਦੇ ਸਿੱਖ ਸੰਗਤਾਂ ਦੇ ਹਿਰਦੇ ਦੇ ਅੰਦਰ ਗੁਰੂ ਦੇ ਦੀਦਾਰਿਆਂ ਪ੍ਰਤੀ ਐਸੀ ਤੜਪ ਸੀ, ਐਸਾ ਪ੍ਰੇਮ ਸੀ ਕਿ ਗੁਰੂ ਕੀਆਂ ਸਿੱਖ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਇਸ ਕਿਲੇ ਦੀਆਂ ਕੰਧਾਂ ਨੂੰ ਵੀ ਚੁੰਮਦੇ ਸਨ, ਕਿਲੇ ਦੀ ਮਿੱਟੀ ਨੂੰ ਵੀ ਚੁੱਕ ਕੇ ਮੱਥੇ ਨਾਲ ਲਾਉਂਦੇ ਸਨ ਕਿ ਪਾਤਸ਼ਾਹ ਨੇ ਇਸ ਕਿਲੇ ਦੇ ਵਿੱਚ ਮੁਬਾਰਕ ਚਰਨ ਪਾਏ ਨੇ। ਵੇਖੋ ਅੱਜ ਕਿਲੇ ਬੜੇ ਹੋਣਗੇ ਦੁਨੀਆ ਤੇ, ਇਸ ਭਾਰਤ ਵਰਸ਼ ਦੇ ਵਿੱਚ। ਰਾਜਸਥਾਨ ਦੇ ਵਿੱਚ ਜਾਓ, ਬੜੀ ਰਿਆਸਤਾਂ ਦੇ ਕਿਲੇ ਨੇ। ਦਿੱਲੀ ਦੇ ਵਿੱਚ ਲਾਲ ਕਿਲਾ ਹੈ, ਪਰ ਪਿਕਨਿਕ ਸਪੋਟ ਬਣ ਕੇ ਰਹਿ ਗਏ ਆ। ਪਰ ਇਸ ਗਵਾਲੀਅਰ ਦੀ ਧਰਤੀ ਤੇ ਜੇ ਅੱਜ ਗੁਰੂ ਕਾ ਖਾਲਸਾ ਪੰਥ ਜੁੜਿਆ, ਖਾਲਸਾ ਜੀ ਸਿੱਖ ਸੰਗਤ ਨੇ ਚਰਨ ਪਾਏ ਨੇ, ਅੱਜ ਇਸ ਕਿਲੇ ਦੀ ਰੂਪ ਰੇਖਾ ਬਦਲੀ ਗਈ ਹੈ। ਭਾਵੇਂ ਮੱਧ ਪ੍ਰਦੇਸ਼ ਦੇ ਵਿੱਚ ਗਵਾਲੀਅਰ ਆਉਂਦਾ, ਪਰ ਅੱਜ ਵੀ ਕਿਲੇ ਦੇ ਵਿੱਚ ਪ੍ਰਵੇਸ਼ ਜਦੋਂ ਕਰਦੇ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬ ਦੀ ਧਰਤੀ ਦੇ ਵਿੱਚ ਹੀ ਵਿਚਰ ਰਹੇ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਹੈ। ਸੱਚ ਹੈ, ਇੱਕ ਪਾਸੇ ਅਕਾਲ ਦਾ ਤਖਤ ਹੈ, ਇੱਕ ਪਾਸੇ ਦਿੱਲੀ ਦਾ ਤਖਤ ਸੀ। ਸਮਾਂ ਸੀ ਦਿੱਲੀ ਦੇ ਤਖਤ ਵੱਲੋਂ
ਅਕਾਲ ਦੇ ਤਖਤ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਗਿਆ। ਦਿੱਲੀ ਦੇ ਤਖਤ ਦੇ ਸਾਹਮਣੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਜੁਦਾ ਕਰਕੇ ਸ਼ਹੀਦ ਵੀ ਕੀਤਾ ਗਿਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਤਸ਼ਾਹੀ ਹੋਕਾ ਦਬਾਇਆ ਜਾਵੇ, ਅਕਾਲ ਤਖਤ ਦੀ ਆਵਾਜ਼ ਨੂੰ ਦਬਾਇਆ ਜਾਵੇ। ਪਰ ਆਪਾਂ ਸਾਰੇ ਅਨੁਭਵ ਕਰ ਸਕਦੇ ਹਾਂ ਕਿ ਦਿੱਲੀ ਦਾ ਤਖਤ ਜਿਹੜਾ ਅਕਾਲ ਤਖਤ ਨੂੰ ਦਬਾਉਣਾ ਚਾਹੁੰਦਾ ਸੀ, ਅੱਜ ਪਿਕਨਿਕ ਸਪੋਟ ਬਣ ਕੇ ਰਹਿ ਚੁੱਕਿਆ। ਕੋਈ ਦਿੱਲੀ ਦੇ ਤਖਤ ਨੂੰ ਜਾ ਕੇ ਨਮਸਕਾਰਾਂ ਨਹੀਂ ਕਰਦਾ, ਪਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਾਜਿਆ ਅਕਾਲ ਦਾ ਤਖਤ ਐਸਾ ਮਹਾਨ ਤਖਤ ਹੈ। ਉਹ ਤਖਤ ਦੀ ਸ਼ੋਭਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਉਸ ਤਖਤ ਦੇ ਉੱਪਰ ਝੁੱਲ ਰਹੇ ਨਿਸ਼ਾਨ ਅੱਜ ਵਿਸ਼ਵ ਭਰ ਦੇ ਵਿੱਚ ਝੁੱਲ ਰਹੇ ਨੇ। ਦਿੱਲੀ ਦੇ ਹੁਕਮਾਂ ਨੂੰ ਕੋਈ ਸਮੇਂ ਤੱਕ ਮੰਨਿਆ ਜਾਂਦਾ ਸੀ, ਪਰ ਅਕਾਲ ਦੇ ਤਖਤ ਤੋਂ ਅੱਜ ਵੀ ਜਦੋਂ ਹੁਕਮਨਾਮਾ ਜਾਰੀ ਹੁੰਦਾ ਹੈ, ਸਿੱਖ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਹੋਵੇ, ਅਕਾਲ ਤਖਤ ਦੇ ਹੁਕਮਨਾਮੇ ਨੂੰ ਦੋਵੇਂ ਹੱਥ ਜੋੜ ਕੇ ਨਮਸਕਾਰ ਜ਼ਰੂਰ ਕਰਦਾ ਕਿ ਅਕਾਲ ਦੇ ਤਖਤ ਤੋਂ ਹੁਕਮਨਾਮਾ ਆਇਆ। ਇਹ ਫਰਕ ਹੈ ਬਾਦਸ਼ਾਹੀ ਦਾ ਤੇ ਪਾਤਸ਼ਾਹੀ ਦਾ, ਇਹ ਫਰਕ ਹੈ ਬਾਬੇ ਕਿਆਂ ਦਾ ਤੇ ਬਾਬਰ ਕਿਆਂ ਦਾ। ਅਕਾਲ ਤਖਤ ਦੀ ਸ਼ੋਭਾ ਵੱਧ ਰਹੀ ਹੈ, ਬਾਬੇ ਕਿਆਂ ਦੀ ਸ਼ੋਭਾ ਵੱਧ ਰਹੀ ਹੈ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਦੀ ਧਰਤੀ ਤੇ ਪਹੁੰਚੇ, ਕਿਲੇ ਨੂੰ ਸਿਜਦਾ ਕੀਤਾ, ਕਿਲੇ ਦੀਆਂ ਕੰਧਾਂ ਨੂੰ ਚੁੰਮਿਆ, ਇਸ ਕਿਲੇ ਦੀ ਧਰਤੀ ਦੀ ਧੂੜੀ ਮੱਥੇ ਨਾਲ ਲਾਈ। ਹੁਣ ਭਾਵੇਂ ਕਿ 12 ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਮੌਕੇ ਦੇ ਪੀਰ ਫਕੀਰ ਸਾਈਂ ਮੀਆਂ ਮੀਰ ਉਹਨਾਂ ਨੇ ਜਾ ਕਰਕੇ ਜਹਾਂਗੀਰ ਨੂੰ ਕੋਈ ਚੰਗੀ ਸਿੱਖਿਆ ਦਿੱਤੀ। ਉਹਨਾਂ ਨੇ ਮੌਕੇ ਦੇ ਬਾਦਸ਼ਾਹ ਨੂੰ ਸਮਝਾਇਆ ਜਾ ਕੇ कि गुरु हरगोबिंद साहिब जो हैं वो मकबूल खुदा के हैं, और जब हमारी 8वें दिन खुदा की दरगाह में गुफ्तगू होती है तो हम इन्हीं का दीदार करते हैं, ये वहीं पर होते हैं। साईं मियाँ मीर कहन लगे गुरु हरगोबिंद साहब नूं 5 भूतक शरीर दा मोहताज ना समझी, ऐ बादशाह तेरी सल्तनत मिट्टी दे विच रुल जावेगी। तू 6वें पीर दे तख्त नाल टक्कर लै रिहा, याद रखी जदों 8वें दिन असी खुदा दी दरगाह विच जाने आ ते खुदा दे तख्त दे उपर भी गुरु हरगोबिंद साहब सच्चे पातशाही सुभाएमान हुंदे ने। असी इन्हां नूं सिजदा करदे आ, किसे दूजे नूं सिजदा नहीं करदे। ये खुदा का रूप ने। तू उस खुदा दे रूप दे नाल टक्कर लै रिहा। जदों इस तरह मौके दे फकीर ने ऐसे अणियाले तीर वाले बचन छड्डे। कहंदे जिहड़ा अणियाला तीर हुंदा ना, जदों अंदर जावे सीने विच आंदरां भी बाहर खिच लिआउंदा। जदों कोई कमाई वाला बंदगी वाला कोई फकीर रब दा प्यारा बचन करदा, खालसा जी हंकारी होवे तृष्णालू होवे, जितना मर्जी गर्भ दे विच गलकत होया होवे, एक फकीर दा बचन जदों सीने विच जांदा, अंदरों हंकार रूपी आंदरां विषयां वकारां रूपी आंदरां नूं खिच के बाहर जरूर लै आउंदा। खालसा जी जहांगीर दे मन दे विच भी एक बार बहुत शर्मिंदगी हुई कि मैं खुदा दा रूप पहचान नहीं सकिया, और उसने मीरी पीरी दे मालक गुरु हरगोबिंद साहब सच्चे पातशाह जी दे चरनां दे उत्ते सिजदे करके सतगुरु गुरु हरगोबिंद साहब महाराज सच्चे पातशाह दी रिहाई दे आदेश भी दिते। पर आपां सारे जानदे कि वेखो गुरु हरगोबिंद साहब सच्चे पातशाह दी मर्जी सी तां ही पातशाह इस ग्वालियर दे किले विच आए। जे गुरु तेग बहादुर सच्चे पातशाह दी मौज सी तां ही दिल्ली दे तख्त दे मूरे बैठ करके सीस धड़ तो जुदा होया। जे कलगीधर पातशाह गुरु गोबिंद सिंह महाराज दी मौज सी ताई 2 साहिबजादे चमकौर दी गड़ी विच ते 2 सरहंद दी नीहां दे विच खड़ के शहीद हो गए। जे प्यार वालियो गुरु ने कला वरताउणी है, जेड़े आस छड़ चुके जीवन जीण दी उन्हां विच आस भरनी है, ताई सतगुरु ने यह लीला रची। सतगुरु गुरु हरगोबिंद साहब दे चरनां दे विच आ करके उन्हां राजियां ने भी पुकार कीती, साडी बंद खलासी करो। ਤਾਂ उस समय ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਅਸੀਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਤਾਂ ਹੀ ਜਾਵਾਂਗੇ ਜੇ ਇਹਨਾਂ 52 ਰਾਜਿਆਂ ਨੂੰ ਵੀ ਛੱਡਿਆ ਜਾਵੇਗਾ, ਰਿਹਾ ਕੀਤਾ ਜਾਵੇਗਾ। ਪਰ ਕਹਿੰਦੇ ਕਈ ਵਾਰ ਮੌਕੇ ਦੇ ਬਾਦਸ਼ਾਹ, ਮੌਕੇ ਦੀਆਂ ਹਕੂਮਤਾਂ
ਉਹਨਾਂ ਦੇ ਅੰਦਰ ਫਿਰ ਵੀ ਕਿਤੇ ਨਾ ਕਿਤੇ ਰਾਜਨੀਤੀ ਦੇ ਔਗਣ ਰਹਿ ਹੀ ਜਾਂਦੇ ਆ। ਕਹਿੰਦੇ ਉਦੋਂ ਵੀ ਗੁਰੂ ਦੀ ਅਜ਼ਮਤ ਨੂੰ ਪਹਿਚਾਣ ਨਾ ਸਕਿਆ, ਭਾਵੇਂ ਕਿ ਇਸ ਕਿਲੇ ਦੇ ਵਿੱਚ ਬੜੀਆਂ ਘਟਨਾਵਾਂ ਵਾਪਰੀਆਂ, ਭਾਵੇਂ ਕਿ ਚੰਦੂ ਦਾ ਜਿਹੜਾ ਪੁੱਤਰ ਸੀ ਧਰਮਚੰਦ, ਉਹਨੇ ਇਸ ਕਿਲੇ ਦਾ ਜਿਹੜਾ ਪਹਿਰੇਦਾਰ ਸੀ ਹਰੀਦਾਸ, ਉਹਨੂੰ ਜ਼ਹਿਰ ਵਾਲਾ ਚੋਲਾ ਵੀ ਦਿੱਤਾ ਚੰਦੂ ਦੇ ਪੁੱਤਰ ਧਰਮਚੰਦ ਨੇ, ਕਿ ਇਹ ਜ਼ਹਿਰ ਦਾ ਚੋਲਾ ਗੁਰੂ ਹਰਗੋਬਿੰਦ ਸਾਹਿਬ ਨੂੰ ਪਵਾ ਦਿਓ। ਜਦੋਂ ਜ਼ਹਿਰ ਦਾ ਚੋਲਾ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਨੂੰ ਲੱਗੇਗਾ, ਮਹਾਰਾਜ ਆਪਣੇ ਆਪ ਹੀ ਪਰਲੋਕ ਚਲੇ ਜਾਣਗੇ। ਪਰ ਉਹਨੂੰ ਕੌਣ ਦੱਸੇ ਕਿ ਇਹ ਪਾਤਸ਼ਾਹ ਤੇ ਉਸ ਕਰਾਮਾਤ ਦਾ ਅਜ਼ਮਤ ਦਾ ਮਾਲਕ ਹੈ। ਜੇਤੇ ਜੀ ਜੀਵੇ ਲੈ ਸਾਹਾ, ਜੀ ਵਾਲੇ ਤਾਂ ਕੇ ਆਸਾ, ਨਾਨਕ ਜਿਉਂ ਜਿਉਂ ਕਰਤੇ ਭਾਵੈ, ਤਿਉਂ ਤਿਉਂ ਦੇ ਗਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰੂ ਉਸ ਅਜ਼ਮਤ ਦਾ ਮਾਲਕ ਹੈ ਜਿਹੜੇ ਬੰਦੇ ਸਵਾਸਾਂ ਦੇ ਨਾਲ ਜੀਵਨ ਜੀਂਦੇ ਨੇ। ਜੇ ਗੁਰੂ ਆਪਣੀ ਮੌਜ ਵਿੱਚ ਆਵੇ, ਇਹ ਬਿਨਾਂ ਸਾਹਾਂ ਤੋਂ ਵੀ ਜਿਉਂਦਿਆ ਰੱਖ ਸਕਦਾ ਹੈ। ਬਿਨਾਂ ਸਾਹਾਂ ਤੋਂ ਜਿਉਂਦਾ ਰੱਖਿਆ ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ, ਭਾਈ ਦਿਆਲਾ ਨੂੰ, ਭਾਈ ਮਨੀ ਸਿੰਘ ਨੂੰ, ਭਾਈ ਤਾਰੂ ਸਿੰਘ ਨੂੰ, ਕਿਉਂਕਿ ਅੰਦਰ ਇਬਾਦਤ ਸੀ, ਬਾਣੀ ਸੀ, ਤੇ ਬਾਹਰ ਗੁਰੂ ਕਾ ਬਾਣਾ ਸੀ। ਇਹ ਗੁਰੂ ਦੀ ਅਜ਼ਮਤ ਹੈ। ਜ਼ਹਿਰ ਵਾਲਾ ਚੋਲਾ ਵੀ ਭੇਜਿਆ, ਪਰ ਕਹਿੰਦੇ ਹਰੀਦਾਸ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਜਦੋਂ ਆਇਆ ਨਾ, ਆਇਆ ਤੇ ਭਾਵੇਂ ਚੋਲਾ ਪਵਾਉਣ ਦੀ ਭਾਵਨਾ ਦੇ ਨਾਲ ਹੀ, ਪਰ ਜਦੋਂ ਗੁਰੂ ਦੇ ਪ੍ਰਤਾਪੀ ਚਿਹਰੇ ਦੇ ਦੀਦਾਰੇ ਕੀਤੇ, ਕਹਿੰਦੇ ਅੰਦਰੋਂ ਫਿਰ ਗੱਦਾਰ ਪੂਣਾ ਚਲਿਆ ਗਿਆ, ਅੰਦਰ ਇਨਸਾਨ ਜਾਗ ਪਿਆ, ਹੈਵਾਨ ਚਲਿਆ ਗਿਆ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਸਾਰੀ ਵਾਰਤਾ ਦੱਸ ਦਿੱਤੀ। ਪਿਆਰਿਓ, ਇਹ ਗੁਰੂ ਦੇ ਉੱਤੇ ਕਲਾ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਤਾਪੀ ਚਿਹਰਾ ਸੀ, ਕੋਡਾ ਰਾਕਸ਼ ਵੀ ਦੇਵਤਾ ਬਣ ਗਿਆ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰੂ ਨਾਨਕ ਸਾਹਿਬ ਦਾ ਪ੍ਰਤਾਪੀ ਚਿਹਰਾ ਸੀ, ਭੂਮੀਆਂ ਚੋਰ, ਚੋਰੀ ਦਾ ਸੁਭਾਅ ਛੱਡ ਕੇ ਭਾਈ ਭੂਮੀਆਂ ਬਣ ਗਿਆ। ਇਹ ਗੁਰੂ ਦੀ ਕਲਾ ਹੁੰਦੀ ਹੈ, ਗੁਰੂ ਦੀ ਤਾਕਤ ਹੁੰਦੀ ਹੈ, ਅਜ਼ਮਤ ਹੁੰਦੀ ਹੈ। ਕਹਿੰਦੇ ਮੌਕੇ ਦਾ ਬਾਦਸ਼ਾਹ ਜਹਾਂਗੀਰ ਫਿਰ ਵੀ ਅਜ਼ਮਤ ਨੂੰ ਨਾ ਸਮਝਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਿਆ, ਉਹੀ ਰਾਜੇ ਰਿਹਾ ਤੇ ਹੋ ਜਾਣਗੇ, ਪਰ ਰਾਜੇ ਉਨੇ ਹੀ ਰਿਹਾ ਕੀਤੇ ਜਾਣਗੇ ਜਿੰਨੇ ਰਾਜੇ ਤੁਹਾਡੇ ਚੋਲੇ ਦੀਆਂ ਕਲੀਆਂ ਨੂੰ ਪਕੜ ਕਰਕੇ ਕਿਲੇ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਆ ਜਾਣਗੇ। ਹੁਣ ਸੋਚਿਆ ਵੀ ਕਲੀਆਂ ਕਿੰਨੀਆਂ ਕਿ ਹੋਣਗੀਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਤੇ ਘਟ ਘਟ ਕੇ ਅੰਤਰ ਕੀ ਜਾਨਤ ਦੇ ਮਾਲਕ ਨੇ, ਸਰਬ ਕਲਾ ਸਮਰੱਥ ਨੇ। ਤਾਂ ਉਸ ਵਕਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ 52 ਕਲੀਆਂ ਦਾ ਚੋਲਾ ਸਵਾਇਆ, ਤਨ ਤੇ ਸਜਾਇਆ। ਮੌਕੇ ਦੀ ਬਾਦਸ਼ਾਹੀਆਂ ਭਰਮ ਜਾਲ ਚ ਪੈ ਹੀ ਜਾਂਦੀਆਂ। ਮੈਂ ਇੱਕ ਹੋਰ ਘਟਨਾ ਰੱਖਾਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਦਾਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੋਤਾ ਜੀ। ਦਾਦੇ ਨੇ ਹੁਕਮ ਕੀਤਾ ਅਕਾਲ ਤਖਤ ਸਾਹਿਬ ਤੋਂ ਸ਼ਸਤਰ ਧਾਰੀ ਹੋਵੋ, ਤੇ ਗੁਰੂ ਗੋਬਿੰਦ ਸਿੰਘ ਨੇ ਉਸ ਹੁਕਮ ਨੂੰ ਕਲਮ ਬੰਦ ਕੀਤਾ। ਬਣ ਸੁਚੇਤ ਤਨ ਸ਼ਸਤਰ ਸਜਾਵੋ, ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ। ਖਾਲਸਾ ਜੀ ਕਹਿੰਦੇ ਜਦੋਂ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਰਾਜ ਦਿਵਾਇਆ ਨਾ, ਤਾਂ ਕਹਿੰਦੇ ਉਹ ਵੀ ਬੜਾ ਨਿਮਾਣਾ ਹੋ ਕੇ ਇੱਕ ਵਾਰ ਆ ਗਿਆ, ਪਰ ਕਹਿੰਦੇ ਜਦੋਂ ਰਾਜ ਭਾਗ ਮਿਲ ਗਿਆ ਹੰਕਾਰੀ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਿਆ। ਤਾਂ ਕਹਿੰਦੇ ਜਦੋਂ ਦਿੱਲੀ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਗਏ, ਮਹਾਰਾਜ ਨੇ ਕਹਿੰਦੇ ਤੀਰ ਆਕਾਸ਼ ਵੱਲ ਛੱਡਿਆ। ਬਹਾਦਰ ਸ਼ਾਹ ਆਪਣੇ ਕਿਲੇ ਦੇ ਵਿੱਚ ਤਾਸ਼ ਪਿਆ ਖੇਡਦਾ ਸੀ। ਕਹਿੰਦੇ ਪਾਤਸ਼ਾਹ ਦਾ ਛੱਡਿਆ ਤੀਰ ਬਹਾਦਰ ਸ਼ਾਹ ਦੇ ਮੰਜੇ ਦੇ ਪਾਵੇ ਨਾਲ ਵੱਜਿਆ, ਤੇ ਜਦੋਂ ਤੀਰ ਤੇ ਸੋਨਾ ਲੱਗਾ ਵੇਖਿਆ ਤੇ ਬਹਾਦਰ ਸ਼ਾਹ ਨੇ ਸੋਚਿਆ ਤੇ ਕਲਗੀਆਂ ਵਾਲੇ ਦਾ ਤੀਰ ਹੈ। ਕਹਿੰਦਾ ਕਲਗੀਆਂ ਵਾਲੇ ਪਾਤਸ਼ਾਹ ਲੱਗਦਾ ਮੈਨੂੰ ਕਰਾਮਾਤ ਬਖਾਰੇ। ਹਜੇ ਮਨ ਵਿੱਚ ਇਹ ਫੁਰਨਾ ਹੀ ਆਇਆ, ਹਜੇ ਫੁਰਨਾ ਖਤਮ ਵੀ ਨਹੀਂ ਹੋਇਆ। ਦੂਸਰਾ ਤੀਰ ਮੰਜੇ ਦੇ ਪਾਵੇ ਵਿੱਚ ਲੱਗਾ, ਜਿਹਦੇ ਨਾਲ ਚਿੱਠੀ ਬੰਨੀ ਸੀ, ਬਹਾਦਰ ਸ਼ਾਹ ਕਰਾਮਾਤ ਨਹੀਂ, ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਪਰ ਮੈਂ ਇੱਕ ਵਾਰ ਸੋਚ ਰਿਹਾ ਸਾਂ ਕਿ ਵੇਖੋ ਗੁਰੂ ਕਦੇ ਵੀ ਆਪਣੀ ਅਜ਼ਮਤ ਨੂੰ ਵਿਖਾਵੇ ਵਿੱਚ ਨਹੀਂ ਲਿਆਉਂਦਾ। ਸਤਿਗੁਰੂ ਮੀਲਾਂ ਦੂਰ ਨੇ, ਬਹਾਦਰ ਸ਼ਾਹ ਮਨ ਵਿੱਚ ਫੁਰਨਾ ਜਗਾ ਰਿਹਾ, ਗੁਰੂ ਦੀ ਕਰਾਮਾਤ ਹੈ, ਪਰ ਅੰਤਰਜਾਮੀ ਸਤਿਗੁਰੂ ਉਹਦੇ ਮਨ ਦੇ ਫੁਰਨਿਆਂ ਦਾ ਜਵਾਬ ਵੀ ਨਾਲ ਦੀ ਨਾਲ ਹੀ ਦੇ ਦਿੰਦੇ। ਕਹਿੰਦੇ ਜਦੋਂ ਜਵਾਬ ਮਿਲਿਆ ਤੇ ਬਹਾਦਰ ਸ਼ਾਹ ਕਹਿੰਦਾ ਕਲਗੀਆਂ ਵਾਲਿਆਂ ਨੂੰ ਲੱਭੋ, ਉਹਨਾਂ ਦੀ ਖੋਜ ਕਰੋ, ਕਿਤੇ ਨੇੜੇ ਤੇੜੇ ਨੇ ਉਹਨਾਂ ਦੇ ਦੀਦਾਰੇ ਕੀਤੇ ਜਾਣ। ਤੇ ਕਹਿੰਦੇ ਬਹਾਦਰ ਸ਼ਾਹ ਜਦੋਂ ਕਲਗੀਧਰ ਪਾਤਸ਼ਾਹ ਕੋਲ ਪਹੁੰਚਿਆ, ਜਿੱਥੇ ਮੋਤੀ ਬਾਗ ਸਾਹਿਬ ਦਿੱਲੀ ਦੀ ਧਰਤੀ ਤੇ ਹੈ, ਹਾਥੀ ਤੇ ਸਵਾਰ ਹੋ ਕੇ ਪਹੁੰਚਿਆ।
मैं साखी तां सुना रहा भी मौके दियां बादशाहियां हंकार नहीं छड्डदियां। हाथी ते सवार होके पहुंचिया ते कलगियां वाले पातशाह हस पे। भाई दया सिंह नूं कहण लगे, दया सिंघा वेख, जदों तां राज भाग लैना सी दोवें हथ जोड़ के नंगे पैरी चल के आया सी, अज राज मिल गया, अज हंकार दे हाथियां ते सवार होके आ रहा। बस इहो हाल अज बन गए ने। जदों ते देश विच सरकार लियाउणी सी, लोकां दे सिर पीड़ करने लिया दिते। अब की बार मोदी सरकार, हुण सरकार आ गई ते उसे जनता नूं परेशान किया जा रहा। रोज किसानां नूं तसीहे दिते जा रहे। बीते दिने किसानां दे उत्ते गड्डियां चढ़ाईयां जा रहीआं ते फिर नैशनल मीडिया राहीं किसानां नूं बदनाम किया जा रहा, अंदोलन नूं बदनाम किया जा रहा। ये समझना चाहिए खालसा जी, ये भारत वर्ष की हालत तादी सुधर सकती है जे भारत वर्ष की जनता मीरी पीरी दे सिद्धांत नूं समर्पित हो करके अकाल तख्त साहिब की ताबिया, एक निशान की ताबिया चलना शुरू कर देगी। सो अज दे हालातां नूं बचाउण दे लई अकाल तख्त साहिब दे निशानां की ताबिया चलीए। रहो विचार। कहंदे हंकार सी बहादुर शाह च, कहण लगा पातशाह मेरियां फौजां विच बड़ी ताकत सी, मैं राज भाग कायम किता। हाथी विच बड़ी ताकत सी, राज भाग कायम किता। कलगियां वाले पातशाह कहण लगे बहादुर शाह, हाथी दी ताकत ते मान करदा, जिन्हें हाथी नूं ताकत दिती है उस खुदा दी ताकत ते मान करया कर। तू ही राज रोजी देहो दस्तगीर, करीमे खता बख्श दानस पजीर। ओ खुदा रोजी देण वाला, खुदा रिजक देण वाला, राज भाग देण वाला, खुदा ते मान कर। कहंदा नहीं जी, हाथी विच ताकत जादी है। सतगुरु कहण लगे लिया फिर अपने हाथी दा गुरु घर दे हाथी नाल मुकाबला करा। कहंदा पातशाह मेरा हाथी ते नजर आउंदा, तुहाडा हाथी नजर नहीं आउंदा। कहंदे कोले कट्टा घाह चरदा सी। सतगुरु गुरु गोबिंद सिंह महाराज ने घाह चरदे कट्टे नूं थापड़ा दिता। कहंदे हाथी तैयार कर। उधरों बादशाही हुकूमत दा हाथी वधिया, इधरों बाबर कियां दा हाथी वधिया, उधरों बाबे कियां दा कलगियां वाले दा थापड़ा लैके ओ गुरु का हाथी वधिया। कहंदे जदों टक्कर होई, बहादुर शाह दा हाथी चंगाड़ा मारदा, पिछां नूं फौज लताड़दा भज गया। गुरु दा थापड़ा मिल जावे खालसा जी, कट्टा भी हाथी बन जांदा। गुरु दा थापड़ा मिल गया, भाई बचित्तर सिंह नूं हाथी दे मत्थे विच जाके बरशी मार दिती, नागनी मार दिती। कहंदे जहांगीर फिर गुरु नाल छल करदा सी भी जिन्ने राजे कलियां पकड़ के बाहर आउणगे उन्ने ही रिहा होणगे, वध नहीं होणगे। ते गुरु हरगोबिंद साहब ने 52 कलियां दा चोला सवाया। ते वेखो मैं सोचदा कि उन्हां राजियां विच भी ते भावना होएगी, भरोसा होएगा ना। जिन्हां ने 52 कलियां दा आसरा तकिया, उन्हां ने 52 कलियां नूं पकड़िया। 52 कलियां दे उत्ते गुरु दे चोले दे उत्ते भरोसा जताया। गुरु ने अपने नाम दी अजमत वरता करके इस ग्वालियर दी कैद तो रिहा करा दिता उन्हां 52 राजियां नूं। पर मैं बेनती करां, अज 400 साला बंदी छोड़ दिवस मना रहे, प्रण करिए। संत बाबा सेवा सिंह जी कार सेवा खडूर साहब वाले अकाल तख्त साहब के आदेशों नाल ऐसी महान उपराले कर रहे ने। वो 52 राजे ते रिहा हो गए। अज ग्वालियर के किले विच प्रण करके जाइए भी जिवें 52 राजियां ने गुरु दे चोले दी 52 कलियां दा आसरा तकिया, कैद तो बाहर हो गए। अज आपां गुरु ग्रंथ साहब दे शब्द स्वरूप चोले दी कलियां दा आसरा तकीए, गुरु की पंक्तियां स्वरूप कलियां दा आसरा तकीए। ते खालसा जी असी भी ईरखा द्वैश की कैद तो बाहर आईए, असी भी बुजदिली की कैद तो बाहर आईए। जो बेवफाई असी गुरु नाल कमा रहे हैं, इस बेवफाई तो बाहर आईए। एक उर्दू का विद्वान कहंदा, हमारी बेवफा पर भी वो इतना देता है, हम बावफा होते तो क्या होता। गुरु ते साडी बेवफाई ते भी इन्नियां बख्शिशां कर रहा। असी बाणी दे धारनी नहीं, बाणे दे धारनी नहीं, शस्त्र धारी नहीं। असी अमृत वेला भी छड़ जाने आ, नितनेम भी छड़ जाने आ, पर गुरु ने फिर भी खालसे पंथ नूं पातशाहियां दित्तियां। मैं बेनती करां, जे खालसा राज दा सुपना वेखना ते कलगियां वाले पातशाह सरबलो ग्रंथ च कहंदे आ, हो खालसा तू लै पातशाही,
गुरु क्या सिखा तू खालसा बन जा, ये संसार दियां पातशाहियां तेरे कदम चुमन गियां। बाबा जस्सा सिंह आलूवालिया खालसा सी, लाल किले ते 19 वार निशान चलाया। सिंह साहब अकाली बाबा फूला सिंह खालसा सी, खालसा जी तां करके मौके दी हकूमत भी भै खांदी सी। सो अज प्रण करिए असी गुरु के शब्द दी कलियां दा आसरा तकांगे ते ईरखा द्वैश दी कैद तो बाहर आवांगे। बहुत ही सत्कारयोग संत बाबा सेवा सिंह जी कार सेवा खडूर साहब वाले, और संत बाबा नरेंद्र सिंह जी महापुरुष हजूर साहब वाले, संत बाबा गुरदेव सिंह जी शहीदी बाग वाले महापुरुष, और संत बाबा कश्मीर सिंह जी कार सेवा भूरी वाले महापुरुषों वालों बाबा सुखा सिंह जी गुरु दरबार में पहुंच चुके महापुरुषों नूं जी आया। मैं अज इस किले विच आके एक बात सोच रहा सा कि गुरु हरगोबिंद साहब दे आउण तो पहला ना खालसा जी ये किले की हालत बड़ी डावाडोल सी, इहदी रूप रेखा कोई बहुती चंगी नहीं सी, सन्नाटा छाया सी। पर जदों गुरु हरगोबिंद साहब महाराज किले विच आए ना ते किले नूं चार चन्न लग गए, किले दे विच रौनकां वध गईयां, किले दा प्रताप वध गया। पर कहंदे जदों गुरु हरगोबिंद साहब महाराज सच्चे पातशाह इस गवालियर दे किले नूं छड्ड के वापस अमृतसर दी धरती ते गए ते खालसा जी दोबारा फिर किले दीयां कंधां विच सरनाटा छा गया। ये किले दी हालत फिर डावाडोल हो गई। किले दी विच ओ रौनक ना रही जेड़ी रौनक गुरु हरगोबिंद साहब दे थड़े ते सुभाएमान हुंदियां सी। कहंदे फिर इह किले दीयां कंधां ने पुकार कीती कि दोबारा किते फिर गुरु हरगोबिंद साहब महाराज आउण ते किले दे विच मुबारक चरण पाउण ते इस किले दे विच रौनकां लगण। पर पातशाह ते अपनी मौज दे मालक आए ना ते किले नूं सन्नाटा छा गया। ते मैं अज सोच रहा सा भावें गुरु हरगोबिंद साहब शरीर करके नहीं पर अज भी हाजर ने। कहंदे किला छड्डण तो बाद भावें गुरु हरगोबिंद साहब खुद नहीं आए, किले विच सन्नाटा छा गया, किले दी हालत डावाडोल हो गई। पर कहंदे फिर एक महापुरख आया, एक महापुरख मीरी पीरी दे मालक गुरु हरगोबिंद साहब दा थापड़ा लैके खडूर साहब दी धरती तो इस किले विच आया, जिन्हां दा नाम है संत बाबा उत्तम सिंह जी कार सेवा वाले महापुरुष। कहंदे जदों गुरु साहब नहीं सन आए किला सरनाटा छाया सी, गुरु साहब आए किले विच रौनकां लग गईयां। कहंदे इसे तरह गुरु साहब दे जाण तो बाद भी किले विच सरनाटा छा गया। पर जदों संत बाबा उत्तम सिंह जी कार सेवा खडूर साहब वाले महापुरखां ने किले दे विच आके दोबारा कार सेवा दे प्रवाह चला दिते, फिर कहंदे जेड़ियां रौनकां गुरु हरगोबिंद साहब वेले लगियां सी ओ रौनकां फिर बाबा उत्तम सिंह महापुरखां दी सेवा वेले भी लग गईयां। एक कला वरत गई। ते खालसा जी वेखो जिस किले दे विच ये सोचिया गया सी भी गुरु नूं सद के उस मीरी पीरी दी पातशाही दे होके नूं दबा दिता जावेगा, जिस बादशाह ने हुक्म जारी किते सन अज उस बादशाह दा इस किले दी किसे कंध ते नाम नहीं जे। पर गुरु हरगोबिंद साहब महाराज सच्चे पातशाह किले चाहे महापुरुषां दा थापड़ा लैके बाबा उत्तम सिंह जी कार सेवा वालियां ने सेवा आरंभ कीती ते अज भी गुरु हरगोबिंद साहब दे नाम दियां गुंजारां किले दे कल्ले कल्ले कोने विच पै रहियां, क्योंकि कार सेवा वालियां चरण पाए। ते अज संत बाबा सेवा सिंह जी महापुरुष कार सेवा वाले, क्योंकि वेखो आ 26 तरीक तो लै करके ही आ सारा प्रबंध किया, क्योंकि मौके दी बादशाहियां फिर चाहुंदियां सी भी गुरु का खालसा पंथ कतरत ना होवे। पर महापुरखां दे खालसा पंथ दे प्रताप सदका अकाल तख्त साहब दे आदेशां दे नाल ये सारा बंदी छोड़ दिवस का 400 साला शताब्दी रूप च मनाया जा रहा। और संत बाबा अवतार सिंह जी जथेदार दल बाबा बिधि चंद जी, बाबा बिधि चंद शीना गुरु का सीना वो भी आप सब संगत आ चुके हैं। आप सब संगत के चरणों च बेनती विचार करदे अनेका भुलां होईयां, समा सीमत है, 1 मिनट रह चुकिया। मैं बेनती करा खालसा जी गवालियर दी धरती ते आए आ, प्रण करिए गुर शब्द दी कलियां पकड़ांगे, नाले ये भी प्रण करके जाइए भी गुरु हरगोबिंद साहब ने अकाल तख्त साहब तो आदेश दिता सी भाई शस्त्रधारी होवो, कला कला सिख शस्त्र रखे। खालसा
प्रण करके जाइए भी अज जिन्हां ने अमृत नहीं छकिया खंडे बाटे दी पौल जरूर लैणगे। खंडे बाटे दी पौल औंजी नहीं मिलदी। कई कहंदे जी किरपा होवेगी ते खंडे बाटे दी पौल लांगे अमृत छकांगे। मैं बेनती करां भी जे अमृत छकोगे किरपा होनी तां है, बिना अमृत तो किरपा नहीं होनी। प्रण करके जाइए शस्त्रधारी होवांगे। ते दूसरा जो गुरु साहब दा बचन है, गुर की निंदा सुनै न कान, भेट करो ति संकर पान। कला कला सिख शस्त्र धारी होवे ते जिथे भी गुर शब्द दी बेअदबी दा कोशिश की जाती है पापियां वालों दुष्टां वालों, उत्थे किसे वल वेखण दी बजाए खुद उस पापी दा सौदा ला के बेअदबी दा हल किया जाए, खुद इन्हां बेअदबियां नूं रोकिया जाए, खुद खालसा तैयार बर तैयार होवे ते गुरु ग्रंथ ते गुरु पंथ नूं समर्पित हो करके बाणी बाणे नूं घर घर प्रचारे। सो आप सब संगत दा धन धन सतगुरु श्री गुरु हरगोबिंद साहब महाराज जी दा, धन श्री गुरु ग्रंथ साहब जी दा रोम रोम करके धन्नवाद, जिन्हां आप सब संगतां दे चरण परसन लई ये घड़ियां बख्शियां। और स्टेज दे उत्ते सजे हुए समुचे ही महापुरुष निहंग सिंह जथेबंदियां संतां महापुरुषां दा जथेदार साहिबानां दा रोम रोम करके धन्नवाद। विचार करदियां नेका भुलां होईयां आप जी ने बख्श देना। अरदास करनी जो सुनिया है जो सुनाया है वो आपां सारे अपने जीवन विच कमा सकीए और गुरु पंथ नूं समर्पित हो सकीए। आओ एक बार गुरु हरगोबिंद साहब नूं चेते करके फतेह दी सांझ पाईए। जिवें गुरु साहब वेले किले दी कल्ली कल्ली कंध ने गुंजारा पाईयां, अज भी गुरु साहब इत्थे हाजर ने। एक बार सारे गुरु साहब नूं हाजर जानदे होए गुरु हरगोबिंद साहब दे नाम दियां गुंजारा पाईए। पीर बैठा गुर पारी, छठम पीर बैठा गुर पारी, पीर बैठा गुर पारी, छठम पीर बैठा गुर पारी। पीर पंज प्याले पंज पीर, पंज प्याले पंज पीर, पंज प्याले पीर बैठा गुर पारी, छठम पीर बैठा गुर पारी, पीर बैठा गुर पारी, छठम पीर बैठा गुर पारी, पीर बैठा गुर पारी, पीर बैठा गुर पारी, छठम। वाहिगुरु जी का खालसा, वाहिगुरु जी की फतेह।